ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਦ ਸਮੇਤ ਆਨਹੁ ਦੋਹਨ ਕਿਆ ਕਾਰਨ ਹੋਵਾ ਆਪਨ ਹਦੂਰ ਖਵਾਈ ਹੈ ਦੇਖੋ ਕਿਮ ਰੋਵਾ। ਦਦ ਸਮੇਤ ਆਨਹੁ ਦੋਹਨ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਲੜੀਵਾਰ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਨੇ ਬੜੇ ਹੀ ਪਿਆਰ ਨਾਲ ਸਰਵਣ ਕਰਨਾ ਹੈ। ਪਿਆਰ ਨਾਲ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਧਾਰ ਰਹੇ ਹਨ। ਬੇਅੰਤ ਸਿੱਖ ਸੰਗਤਾਂ ਦਾ ਭਲਾ ਹੋ ਰਿਹਾ। ਗੁਰੂ ਜੀ ਦੀਆਂ ਬਹੁਤ ਵੱਡੀਆਂ ਵਡਿਆਈਆਂ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਰਹੀਆਂ ਹਨ। ਸਾਹਿਬਜ਼ਾਦਾ ਜੀ ਦੀ ਵਡਿਆਈ ਫੈਲ ਰਹੀ, ਸਰੀਰ ਵੱਧ ਫੁੱਲ ਰਿਹਾ ਹੈ। ਬਾਬਾ ਪ੍ਰਿਥੀਆ ਜੀ ਈਰਖਾ ਦਾ ਸ਼ਿਖਰ ਕਰ ਰਹੇ ਨੇ ਜੀ। ਈਰਖਾ ਦੇ ਵਿੱਚ ਆਏ ਹੋਏ ਹੈ, ਸੋਚਦੇ ਹੈ ਵੀ ਸਾਹਿਬਜ਼ਾਦਾ ਜੀ ਨੂੰ ਕਿਵੇਂ ਖਤਮ ਕੀਤਾ ਜਾਵੇ। ਇਸ ਕੰਮ ਵਾਸਤੇ ਫਿਰ ਉਹਨਾਂ ਨੇ ਗੁਰੂ ਘਰ ਦੇ ਵਿੱਚ ਬਹੁਤ ਨੇੜੇ ਦੀ ਸੇਵਾ ਕਰਨ ਵਾਲਾ ਜਿਹੜਾ ਬ੍ਰਾਹਮਣ ਹੈ, ਜਿਹੜਾ ਕਿ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਂਦਾ ਹੈ, ਖਿਡਾਵਾ ਹੈ, ਉਹਨੂੰ ਆਪਣੇ ਘਰ ਵਿੱਚ ਅੱਧੀ ਰਾਤ ਨੂੰ ਸੱਦਿਆ।
ਬੜੇ ਮਿੱਠੇ ਬੋਲ ਬੋਲੇ ਹੈ, ਬੜੀ ਉਹਦੀ ਵਡਿਆਈ ਕੀਤੀ ਹੈ। ਮਿੱਠੇ ਬੋਲ ਬੋਲ ਕੇ ਉਹਦੀ ਵਡਿਆਈ ਕਰਕੇ ਉਹਨੂੰ ਇੱਕ ਹਿਸਾਬ ਨਾਲ ਬਿਨਾਂ ਪੈਸੇ ਦਿੱਤੇ ਤੋਂ ਹੀ ਪਹਿਲਾਂ ਹੀ ਖਰੀਦ ਲਿਆ ਹੈ ਜੀ। ਉਹਨੂੰ ਆਖਿਆ ਵੀ ਗੁਰੂ ਅਰਜਨ ਸਾਹਿਬ ਤੈਨੂੰ ਮਾਇਆ ਥੋੜ੍ਹੀ ਦਿੰਦੇ ਹੈ, ਜੇ ਤੂੰ ਮੇਰਾ ਕੰਮ ਕਰੇ ਤਾਂ ਤੈਨੂੰ ਮੈਂ ਬਹੁਤ ਖੁੱਲ੍ਹੀ ਮਾਇਆ ਦਿਆਂ। ਫਿਰ ਪਹਿਲਾਂ ਕੰਮ ਦੱਸਣ ਤੋਂ ਪਹਿਲਾਂ ਉਹਦਾ ਜਨੇਊ 'ਤੇ ਉਹਦਾ ਹੱਥ ਰਖਾ ਕੇ ਉਹਦੇ ਕੋਲੋਂ ਸਹੁੰ ਖਵਾਈ ਹੈ ਕਿ ਤੂੰ ਇਹ ਗੱਲ ਦੱਸਣੀ ਨਹੀਂ ਕਿਸੇ ਨੂੰ। ਉਹ ਕਹਿਣ ਲੱਗਾ ਵੀ ਜੇ ਤੇ ਕੰਮ ਮੈਂ ਕਰ ਸਕਦਾ ਹੋਇਆ ਤੇ ਠੀਕ ਹੈ, ਨਹੀਂ ਤਾਂ ਮੈਂ ਸਹੁੰ ਖਾਨਾ ਵੀ ਗੱਲ ਦੱਸਾਂਗਾ ਕਿਸੇ ਨੂੰ ਨਹੀਂ। ਤੇ ਫਿਰ ਬਾਬੇ ਪ੍ਰਿਥੀਏ ਨੇ ਦੱਸਿਆ ਕਿ ਬਾਲਕ ਹਰਗੋਬਿੰਦ ਜੀ ਨੂੰ ਤੂੰ ਖਿਡਾਉਣਾ ਹੈ, ਤੂੰ ਬਹੁਤ ਨੇੜੇ ਦਾ ਹੈ, ਤੇਰੇ ਤੇ ਕਿਸੇ ਨੇ ਸ਼ੱਕ ਨਹੀਂ ਕਰਨਾ, ਤੂੰ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦੇ। ਜਦੋਂ ਉਸ ਖਿਡਾਵੇ ਨੇ ਇਹ ਗੱਲ ਸੁਣੀ ਹੈ, ਖਿਡਾਵੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਮੈਂ ਕਰ ਨਹੀਂ ਸਕਦਾ। ਪਰ ਲਾਲਚ ਇਸ ਤਰੀਕੇ ਦਾ ਬਾਬੇ ਪ੍ਰਿਥੀਏ ਨੇ ਦਿੱਤਾ, ਖਿਡਾਵਾ ਉਹਦੀਆਂ ਗੱਲਾਂ ਵਿੱਚ ਆ ਗਿਆ ਜੀ। ਜ਼ਹਿਰ ਇੱਕ ਪੁੜੀ 'ਚ ਪਾ ਕੇ ਦਿੱਤਾ, ਉਹ ਖਿਡਾਵੇ ਨੇ ਪੱਗ 'ਚ ਰੱਖ ਲਿਆ। ਰਾਤ ਉਸ ਜ਼ਹਿਰ ਨੂੰ ਪੀਸਿਆ। ਦਿਨੇ ਫਿਰ ਸਾਧ ਸੰਗਤ ਜੀ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਉੱਪਰ ਚੁੱਕ ਕੇ ਲੈ ਕੇ ਗਿਆ ਚੁਬਾਰੇ ਵਿੱਚ। ਜਦੋਂ ਬੇਬੀ ਛੋਟੀ ਜਿਹੀ ਕੌਲੀ ਵਿੱਚ ਦਹੀਂ ਲੈ ਕੇ ਆਈ ਹੈ ਵੀ ਹਰ ਰੋਜ਼ ਦੀ ਤਰ੍ਹਾਂ ਦਹੀਂ ਛਕਾਉਣਾ ਹੈ, ਇਹਨੇ ਫਿਰ ਉਹ ਪੁੜੀ ਝਾੜੀ ਹੈ ਦਹੀਂ ਦੇ ਉੱਤੇ, ਉਂਗਲ ਫੇਰੀ ਹੈ ਦਹੀਂ ਵਿੱਚ, ਚੰਗੀ ਤਰ੍ਹਾਂ ਜ਼ਹਿਰ ਨੂੰ ਦਹੀਂ ਦੇ ਵਿੱਚ ਮਿਲਾ ਦਿੱਤਾ ਹੈ ਜੀ। ਉਹ ਜ਼ਹਿਰ ਇਸ ਤਰ੍ਹਾਂ ਦਾ ਸੀਗਾ ਵੀ ਜੇ ਉਹ ਅੰਦਰ ਚਲੇ ਜੇ ਪੇਟ ਵਿੱਚ ਤੇ ਅੰਦਰ ਸੂਲ ਪੈਦਾ ਹੋਣਾ ਸੀਗਾ ਜੀ। ਉਹ ਸੂਲ ਨਾਲ ਮੌਤ ਹੋਣੀ ਸੀ ਕਿਸੇ ਦੀ ਵੀ। ਸਾਧ ਸੰਗਤ ਜੀ ਉਹ ਫਿਰ ਬੜੇ ਹੀ ਯਤਨ ਕੀਤੇ ਉਹਨੇ, ਪਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਉਹ ਦਹੀਂ ਨਹੀਂ ਛਕਿਆ ਜੀ। ਤੁਸੀਂ ਸੁਣਿਆ ਖਿਡਾਵਾ ਬੜੇ ਲਾਲਚ ਵੀ ਦਿੰਦਾ ਹੈ, ਡਰਾਵੇ ਵੀ ਦਿੰਦਾ ਹੈ ਵੀ ਹਊਆ ਆ ਜਾਏਗਾ, ਲੈ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਜੀ, ਉਹ ਉਹਨਾਂ ਦਾ ਸਰੀਰ ਬੱਚਿਆਂ ਵਾਲਾ ਵੇਖਦਾ ਹੈ, ਪਰ ਉਹ ਬੱਚੇ ਥੋੜ੍ਹੀ ਹੈਗੇ ਆ ਜੀ, ਉਹ ਤੇ ਆਪ ਰੱਬ ਪਰਮੇਸ਼ਰ ਦਾ ਰੂਪ ਨੇ। ਉਹਨਾਂ ਨੇ ਅਸਰ ਨਹੀਂ ਕੀਤਾ ਜੀ। ਬਾਲਕ ਹਰਗੋਬਿੰਦ ਜੀ ਦੀਆਂ ਦੋਵੇਂ ਬਾਹਾਂ ਫੜ ਲਈਆਂ ਜੀ ਉਹਨੇ ਜੀ, ਤੇ ਬਾਹਾਂ ਫੜ ਕੇ ਜ਼ਬਰਦਸਤੀ ਮੁੱਖ ਨੂੰ ਸਾਧ ਸੰਗਤ ਜੀ ਉਹ ਜ਼ਹਿਰ ਵਾਲਾ ਦਹੀਂ ਲਾਉਂਦਾ ਹੈ, ਨਾ ਕਰਦੇ ਆ, ਸਿਰ ਫੇਰਦੇ ਆ। ਅਖੀਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਜੀ। ਜਦੋਂ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ, ਆਵਾਜ਼ ਘਰ ਦੇ ਵਿੱਚ ਫੈਲ ਗਈ ਹੈ। ਆਵਾਜ਼ ਇਸ ਤਰੀਕੇ ਨਾਲ ਫੈਲੀ ਵੀ ਮਾਤਾ ਗੰਗਾ ਜੀ ਕੋਲ ਆਵਾਜ਼ ਪਹੁੰਚੀ ਹੈ। ਗੁਰੂ ਅਰਜਨ ਸਾਹਿਬ ਵੀ ਅਜੇ ਘਰ ਵਿੱਚ ਹੀ ਨੇ ਜੀ ਉਸ ਸਮੇਂ ਜੀ। ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਦੱਸਿਆ। ਗੁਰੂ ਜੀ ਨੇ ਫਿਰ ਸੇਵਕ ਨੂੰ ਕਿਹਾ ਵੀ ਜਾਓ ਪਤਾ ਕਰੋ ਵੀ ਬਾਲਕ ਹਰਗੋਬਿੰਦ ਜੀ ਰੋ ਰਹੇ ਨੇ, ਇਹ ਰੋਣਾ ਸਧਾਰਨ ਨਹੀਂ ਹੈਗਾ। ਸੇਵਕ ਨੇ ਦੱਸਿਆ ਵੀ ਮਹਾਰਾਜ ਉਹ ਦਹੀਂ ਨਹੀਂ ਛਕ ਰਹੇ ਤੇ ਇਸ ਕਰਕੇ ਰੋ ਰਹੇ ਹੈ। ਹੁਣ ਅੱਗੋਂ ਜਿਹੜੀ ਕਥਾ ਹੈ ਉਹ ਆਪਾਂ ਪਿਆਰ ਦੇ ਨਾਲ ਸਰਵਣ ਕਰਨੀ ਹੈ। ਇੱਥੋਂ ਤੱਕ ਇਤਿਹਾਸ ਸਾਖੀ ਕੱਲ੍ਹ ਤੁਸੀਂ ਸਰਵਣ ਕੀਤੀ ਸੀ। ਹੁਣ ਅੱਗੋਂ ਕਥਾ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਪਿਆਰ ਵਿੱਚ ਆਓ, ਦੋਵੇਂ ਹੱਥ ਜੋੜੋ, ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਦਦ ਸਮੇਤ ਅਨਹੁ ਦੋਹਨ ਕਿਆ ਕਾਰਨ ਹੋਵਾ। ਹਜ਼ੂਰ ਮਹਾਰਾਜ ਗੁਰੂ ਅਰਜਨ ਸਾਹਿਬ ਉਸ ਸਿੱਖ ਨੂੰ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਹਰਗੋਬਿੰਦ ਜੀ ਨੂੰ ਵੀ ਲੈ ਆਓ ਤੇ ਉਹਨਾਂ ਨੂੰ ਵੀ ਲੈ ਆਓ, ਖਿਡਾਵੇ ਨੂੰ ਵੀ ਲੈ ਆਓ, ਦਹੀਂ ਵੀ ਲੈ ਆਓ। ਮਹਾਰਾਜ ਕਹਿੰਦੇ ਅਸੀਂ ਵੇਖਦੇ ਕਿਉਂ ਨਹੀਂ ਛਕਦੇ ਹੋ। ਹਾਂਜੀ
ਆਪਨ ਹਦੂਰ ਖਵਾਈ ਹੈ ਦੇਖੋ ਕਿ ਮਰੋਵਾ। ਮਹਾਰਾਜ ਕਹਿਣ ਲੱਗੇ ਅਸੀਂ ਵੇਖਦੇ ਹਾਂ ਹਰਗੋਬਿੰਦ ਜੀ ਬਾਰ-ਬਾਰ ਕਿਉਂ ਰੋਈ ਜਾ ਰਹੇ ਹੈ, ਕਿਉਂ ਰੋਈ ਜਾ ਰਹੇ ਹੈ। ਅਸੀਂ ਆਪਣੇ ਹਜ਼ੂਰੀ ਵਿੱਚ ਮਹਾਰਾਜ ਕਹਿਣ ਲੱਗੇ ਦਹੀਂ ਛਕਾ ਦਿੰਨੇ ਆ। ਹਾਂਜੀ। ਦਾਸ ਗਇਓ ਤਿਨ ਪਾਸ ਪੁੰਨ ਆਨੇ ਗੁਰ ਤੀਰਾ। ਸੇਵਕ ਉਸੇ ਵੇਲੇ ਉੱਤੇ ਚੁਬਾਰੇ ਵਿੱਚ ਗਿਆ। ਬਾਲ ਹਰਗੋਬਿੰਦ ਜੀ ਬੈਰਾਗ ਕਰ ਰਹੇ ਹੈ। ਸਾਧ ਸੰਗਤ ਜੀ 5 ਸਾਲ ਦੀ ਆਰਜ਼ੂ ਹੈ। ਖਿਡਾਵਾ ਜ਼ਬਰਦਸਤੀ ਧੱਕੇ ਨਾਲ ਦਹੀਂ ਛਕਾਉਣ ਦਾ ਯਤਨ ਕਰ ਰਿਹਾ ਹੈ। ਸੇਵਕ ਨੇ ਦੱਸਿਆ ਚਲੋ ਭਾਈ ਖਿਡਾਵਾ ਜੀ ਮਹਾਰਾਜ ਦੇ ਕੋਲ ਚੱਲੋ ਦਹੀਂ ਲੈ ਕੇ। ਹਾਂਜੀ। ਬਿਨਾ ਲਖੇ ਦਿਜ ਮੂਡ ਕੋ ਬਿਨ ਸਿਓ ਸਭ ਧੀਰਾ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ ਉਹ ਆ ਗਿਆ ਹੇਠਾਂ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ। ਖਿਡਾਵਾ ਦਹੀਂ ਦਾ ਕਟੋਰਾ ਵੀ ਲੈ ਆਇਆ। ਤੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ ਖਿਡਾਵੇ ਨੇ ਤੇ ਦਰਸ਼ਨ ਕਰਕੇ ਹੀ ਧੀਰਜ ਜਾਂਦਾ ਰਿਹਾ ਜੀ ਉਹਦਾ ਜੀ। ਹੌਸਲੇ ਟੁੱਟਣ ਲੱਗ ਪਏ ਜੀ ਉਹਦੇ ਜੀ। ਹਾਂਜੀ। ਸ਼੍ਰੀ ਗੁਰ ਅਰ ਗੰਗਾ ਖਰੀ ਨੰਦਨ ਕੋ ਹੇਰਾ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੇ ਆਪਣੇ ਸਾਹਿਬਜ਼ਾਦੇ ਬਾਲਕ ਹਰਗੋਬਿੰਦ ਜੀ ਨੂੰ ਬੜੇ ਧਿਆਨ ਨਾਲ ਦੇਖਿਆ ਜੀ। ਹਾਂਜੀ। ਚਲਕਤ ਨੇਤਰ ਵਿਸਾਲ ਜੋਗ ਜਲ ਭਰਿਓ ਕਨੇਰਾ। ਤੇ ਦੋਵੇਂ ਨੇਤਰਾਂ ਵਿੱਚ ਨਾ ਜਲ ਭਰਿਆ ਹੋਇਆ ਸੀਗਾ ਜੀ। ਮਹਾਰਾਜ ਨੇਤਰਾਂ ਤੋਂ ਬੈਰਾਗ ਕਰ ਰਹੇ ਸਨ ਜੀ। ਹੁਣ ਇਹ ਜੇ ਮਹਾਰਾਜ ਚੋਜ ਨਾ ਕਰਦੇ ਉਹਨੇ ਤੇ ਫਿਰ ਜ਼ਹਿਰ ਵਾਲਾ ਦਹੀਂ ਛਕਾ ਦੇਣਾ ਸੀ ਨਾ ਫਿਰ। ਹਾਂਜੀ। ਮੁਖ ਵਿਆਕੁਲ ਕੁਛ ਆਦਰ ਸੋ ਦਦ ਲਾਗ ਰਹਿਓ ਹੈ। ਮੁਖ ਮਹਾਰਾਜ ਬਾਲਕ ਹਰਗੋਬਿੰਦ ਜੀ ਦਾ ਬੜਾ ਢਿੱਲਾ ਜਿਹਾ ਹੋਇਆ ਸੀ ਤੇ ਅੰਦਰ ਨਹੀਂ ਮਹਾਰਾਜ ਨੇ ਦਹੀਂ ਜਾਣ ਦਿੱਤਾ। ਹੋਠਾਂ ਦੇ ਉੱਤੇ ਬੁੱਲਾਂ ਉੱਤੇ 2-3 ਦਹੀਂ ਦੇ ਇਉਂ ਕਹਿ ਲਈਏ ਵੀ ਬੂੰਦਾਂ ਦੀਆਂ ਲੱਗੀਆਂ ਹੋਈਆਂ ਸਨ ਜੀ। ਹਾਂਜੀ। ਸੁਬਕਤ ਰੋਦਤ ਅਦਕ ਹੀ ਬਹੁ ਕਸ਼ਟ ਲਹਿਓ ਹੈ। ਤੇ ਜਿਵੇਂ ਫਿਰ ਬਾਲਕ ਡੁਸਕਦੇ ਆ ਨਾ ਡੁਸਕਾਂ ਮਾਰਦੇ ਆ ਡੁਸਕਾਰੇ ਲੈਂਦੇ ਆ ਐਵੇਂ ਹੀ ਬਾਲਕ ਹਰਗੋਬਿੰਦ ਜੀ ਨਾ ਡੁਸਕ ਰਹੇ ਸਨ ਜੀ। ਤੇ ਗੁਰੂ ਅਰਜਨ ਸਾਹਿਬ ਵੱਲ ਨਾ ਬੜੇ ਪਿਆਰ ਦੇ ਨਾਲ ਦੇਖਣ ਮਹਾਰਾਜ ਬਾਲਕ ਹਰਗੋਬਿੰਦ ਸਾਹਿਬ। ਮਾਨੋ ਅੰਦਰੋਂ ਅੰਦਰੋਂ ਬੇਨਤੀਆਂ ਕਰ ਰਹੇ ਹੋਣ ਵੀ ਪਿਤਾ ਜੀ ਇਹ ਸਾਨੂੰ ਜ਼ਹਿਰ ਛਕਾਉਣਾ ਚਾਹੁੰਦਾ ਹੈ। ਹਾਂਜੀ। ਪਿਤ ਕੀ ਦਿਸ਼ਾ ਬਲੋਕ ਤੇ ਅਜਮਤ ਤੇ ਜਾਨੋ। ਕਹਿਣ ਲੱਗੇ ਆਪਣੇ ਪਿਤਾ ਜੀ ਦੇ ਵੱਲ ਨਾ ਬੈਰਾਗ ਦੇ ਨਾਲ 6ਵੇਂ ਪਾਤਸ਼ਾਹ ਦੇਖ ਰਹੇ ਹੈ। ਬੜੇ ਬੈਰਾਗ ਨਾਲ ਦੇਖ ਰਹੇ ਵੱਡੀ ਵਡਿਆਈ ਸਹਿਤ। ਹਾਂਜੀ। ਦੁਸ਼ਟ ਵਿਪਰ ਵਿਖ ਦੇਤ ਹੈ ਸਮਝਾਵਤ ਮਾਨੋ। ਮਾਨੋ ਸਮਝਾ ਰਹੇ ਹੋਣ ਵੀ ਪਿਤਾ ਜੀ ਇਹ ਬ੍ਰਾਹਮਣ ਸਾਨੂੰ ਜ਼ਹਿਰ ਦੇ ਰਿਹਾ ਦਹੀਂ ਵਿੱਚ। ਹਾਂਜੀ। ਪਕਰ ਵਿਖੇ ਮਨ ਗੰਗ ਕੋ ਕੁਛ ਕਾਰਨ ਭਾਰੀ। ਹਾਂਜੀ। ਇਸ ਪ੍ਰਕਾਰ ਖੋਟੋ ਰੁਦਨ ਨਹਿ ਕੀਨ ਅਗਾਰੀ। ਮਾਤਾ ਗੰਗਾ ਜੀ ਨੇ ਮਤਲਬ ਕਿ ਮਨ ਵਿੱਚ ਉਹਨਾਂ ਦੇ ਗੱਲ ਪਕੜੀ ਦੀ ਮਾਤਾ ਗੰਗਾ ਜੀ ਨੇ ਵੀ ਇਹ ਜਿਹੜਾ ਰੋਣਾ ਹੈ ਨਾ ਮੇਰੇ ਪੁੱਤਰ ਦਾ ਇਹ ਸੁਭਾਵਕ ਨਹੀਂ ਹੈ। ਇਹ ਕੋਈ ਖਾਸ ਗੱਲ ਹੈ। ਇਸ ਤਰ੍ਹਾਂ ਤੇ ਰੋਂਦੇ ਹੀ ਕਦੀ ਨਹੀਂ ਹੈਗੇ। ਇਸ ਜਿਵੇਂ ਡੁਸਕ ਰਹੇ ਨੇ ਜਿਵੇਂ ਨੇਤਰ ਲਾਲ ਕੀਤੇ ਪਏ ਨੇ ਰੋ ਰੋ ਕੇ ਇਹ ਕੋਈ ਆਮ ਗੱਲ ਨਹੀਂ ਹੈਗੀ। ਹਾਂਜੀ। ਸ਼੍ਰੀ ਅਰਜਨ ਸਭ ਜਾਣ ਕੈ ਬੂਝਿਓ ਦਿਜਤਾਈ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਗਰੀਬ ਨਵਾਜ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਜਾਣਦੇ ਤੇ ਸਾਰਾ ਕੁਝ ਨੇ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਬ੍ਰਾਹਮਣ ਨੂੰ ਪੁੱਛਦੇ ਆ। ਹਾਂਜੀ। ਕਹਿਓ ਨਹਿ ਪੀਵਤ। ਫਿਰ ਪੜੋ। ਕਿਉਂ ਨਹਿ ਪੀਵਤ ਦਦੀ ਕੋ ਬਾਲਕ ਰੁਦਨਾਈ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਖਿਡਾਵੇ ਬਾਲਕ ਰੋ ਕਿਉਂ ਰਿਹਾ ਹੈ। ਕਹਿਣ ਲੱਗੇ ਇਹ ਦਹੀਂ ਨੂੰ ਕਿਉਂ ਨਹੀਂ ਛਕ ਰਹੇ। ਹਾਂਜੀ। ਵਿਪਰ ਭਨਿਓ ਨਿਤ ਪੀਅਤ ਜਿਮ ਤਿਮ ਆਜ ਪਿਲਾਵੋ। ਤੇ ਖਿਡਾਵਾ ਨਾ ਬੜੇ ਕਪਟ ਭਰੀ ਬੋਲੀ ਕਹਿਣ ਲੱਗਾ ਜੀ ਮੈਂ ਤੇ ਉਵੇਂ ਹੀ ਪਿਆ ਰਿਹਾ ਜਿਵੇਂ ਰੋਜ਼ ਪੀਂਦੇ। ਅੱਜ ਪਤਾ ਨਹੀਂ ਕੀ ਗੱਲ ਹੈ ਪੀਂਦੇ ਨਹੀਂ ਹੈ। ਤੇ ਬੰਦਾ ਪੁੱਛੇ ਵੀ ਅੱਗੇ ਤੂੰ ਰੋਜ਼ ਜ਼ਹਿਰ ਥੋੜੀ ਲੈ ਕੇ ਆਉਂਦਾ ਹੈ। ਜ਼ਹਿਰ ਵੀ ਤੇ ਤੂੰ ਅੱਜ ਹੀ ਵਿੱਚ ਪਾਇਆ ਹੈ ਨਾ।
ਹਾਂਜੀ। ਕਰਤ ਹਟਾਵਨ ਹੱਥ ਤੇ ਜਬ ਮੁਖ ਢਿਗ ਲਿਆਵੋ। ਕਹਿਣ ਲੱਗਾ ਜੀ ਜਦੋਂ ਇਹਨਾਂ ਦੇ ਮੁਖ ਲਾਗੇ ਦਹੀਂ ਲੈ ਕੇ ਆਉਣਾ ਇਹ ਫਿਰ ਹੱਥ ਮਾਰ ਕੇ ਪਰਾਂ ਕਰ ਦਿੰਦੇ ਆ। ਕਹਿੰਦਾ ਹੁਣ ਮੈਨੂੰ ਕੀ ਪਤਾ ਹੈ ਵੀ ਕੀ ਗੱਲ ਹੈ। ਹਾਂਜੀ। ਮੁਖ ਫੇਰਤ ਨਹਿ ਸਮੁਖ ਹੋਵੈ ਮੈਂ ਕਹਿ ਡਰ ਪਾਇਓ। ਕਹਿਣ ਲੱਗਾ ਮੈਂ ਥੋੜਾ ਬਹੁਤਾ ਡਰਾਇਆ ਵੀ ਹੈ ਵੀ ਦਹੀਂ ਛਕ ਲੈਣ ਪਰ ਇਹ ਛਕਦੇ ਹੀ ਨਹੀਂ। ਹਾਂਜੀ। ਰੁਦਨ ਪ੍ਰਕਾਰ ਅਚਾਨਕ ਕਿਮ ਨਹੀਂ ਲਖਾਇਓ। ਰੁਦਨ ਪੁਕਾਰ ਅਚਾਨਕ ਹੈ। ਕਹਿਣ ਲੱਗਾ ਪਤਾ ਨਹੀਂ ਕੀ ਗੱਲ ਹੈ ਅੱਜ ਰੋ ਰੋ ਕੇ ਦੱਸ ਰਹੇ ਆ ਮੈਨੂੰ ਤੇ ਆਪ ਨਹੀਂ ਪਤਾ ਕਹਿੰਦਾ ਕੀ ਗੱਲ ਹੈ। ਹਾਂਜੀ। ਭਨਿਓ ਗੁਰੂ ਨੇ ਸੁਨ ਸਕਲ ਅਬ ਨਿਕਟ ਹਮਾਰੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਵੀ ਮੌਕਾ ਦੇ ਰਹੇ ਸਨ ਵੀ ਇਹ ਮੰਨ ਜੇ ਇਹ ਮੰਨ ਜੇ ਇਹ ਗੱਲ ਟਾਲ ਦੇਵੇ ਪਰ ਉਹ ਟਾਲ ਨਹੀਂ ਸੀ ਰਿਹਾ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ। ਹਾਂਜੀ। ਦਦੀ ਪਿਲਾਵਹੁ ਸਹਿਜ ਸੋ ਹੋਏ ਸਿਸ ਅਨੁਸਾਰੀ। ਮਹਾਰਾਜ ਕਹਿਣ ਲੱਗੇ ਬਾਲਕ ਦੀ ਆਗਿਆ ਦੇ ਅਨੁਸਾਰ ਜਿੰਨਾ ਕਿ ਇਹਨਾਂ ਨੇ ਛਕਣਾ ਉਹਨਾਂ ਕੁ ਛਕਾ ਕੇ ਵੇਖ ਸਾਡੇ ਸਾਹਮਣੇ। ਹਾਂਜੀ। ਇਮ ਸ਼੍ਰੀ ਗੁਰ ਨੇ ਬਾਕ ਸੁਨ ਦਿਜ ਉਰ ਹਰ ਖਾਇਓ। ਚਾਲ ਸਾਹਿਬ ਫਿਰ ਪੜੋ। ਦਿਜ ਸ਼੍ਰੀ ਗੁਰ ਨੇ ਬਾਕ ਸੁਨ ਦਿਜ ਉਰ ਹਰ ਖਾਇਓ। ਇਮ ਸ਼੍ਰੀ ਗੁਰ ਕੇ ਬਾਕ ਸੁਨ ਦਿਜ ਉਰ ਹਰ ਖਾਇਓ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਲਿਆਓ ਅਸੀਂ ਆਪ ਆਪਣੀ ਗੋਦ 'ਚ ਬਿਠਾ ਕੇ ਪਿਆ ਦਿੰਨੇ ਆ। ਕਹਿਣ ਲੱਗੇ ਆਖੋ ਵਾਹਿਗੁਰੂ। ਵਾਹਿਗੁਰੂ। ਅਸੀਂ ਆਪ ਹੀ ਛਕਾ ਦਿੰਨੇ ਆ ਦਹੀਂ ਇਹਦੇ ਵਿੱਚ ਕੀ ਹੈ। ਤੇ ਜਦੋਂ ਇਹ ਬਚਨ ਮਹਾਰਾਜ ਨੇ ਕੀਤੇ ਬ੍ਰਾਹਮਣ ਬੜਾ ਖੁਸ਼ ਹੋਇਆ ਜੀ। ਉਹ ਕਹਿੰਦਾ ਵੀ ਹੁਣ ਤੇ ਮੇਰਾ ਨਾਮ ਵੀ ਨਹੀਂ ਲੱਗੇਗਾ। ਹਾਂਜੀ। ਦੇਵੋਂ ਬਿਖ ਇਨ ਦੇਖ ਤੇ ਅਵਸਰ ਸੁਭ ਪਾਇਓ। ਕਹਿਣ ਲੱਗਾ ਪਹਿਲਾਂ ਮਹਾਰਾਜ ਕਹਿਣ ਲੱਗੇ ਸਾਡੇ ਸਾਹਮਣੇ ਛਕਾ ਇੱਕ ਵਾਰੀ। ਉਹ ਕਹਿਣ ਲੱਗਾ ਸਗੋਂ ਵਧੀਆ ਹੋ ਗਿਆ ਇਹਨਾਂ ਦੇ ਸਾਹਮਣੇ ਬਿਖ ਦਿਆਂਗਾ ਤੇ ਕੋਈ ਇਹ ਤਾਂ ਨਹੀਂ ਨਾ ਕਹੇਗਾ ਵੀ ਪਿੱਛੋਂ ਕੁਝ ਹੋਇਆ ਇਹਨਾਂ ਦੇ ਸਾਹਮਣੇ ਹੀ ਜੋ ਹੋਇਆ ਹੋਇਆ। ਹਾਂਜੀ। ਕਪਟ ਨਾ ਮੇਰੋ ਅਬ ਲਖ ਹੈ ਸੁਭ ਕਾਰਜ ਹੋਵਾ। ਹੁਣ ਤੇ ਮੇਰੇ ਤੇ ਕਿਸੇ ਨੇ ਸ਼ੱਕ ਵੀ ਨਹੀਂ ਕਰਨਾ। ਗੁਰੂ ਜੀ ਨੂੰ ਵੀ ਨਹੀਂ ਪਤਾ ਲੱਗਾ ਤੇ ਮੇਰਾ ਕੰਮ ਤੇ ਬਣਿਆ ਹੀ ਸਮਝੋ। ਹਾਂਜੀ। ਜਾਣਹਿ ਗੇ ਮ੍ਰਿਤ ਸੂਲ ਤੇ ਦਦ ਸਭ ਨੇ ਜੋਵਾ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਜ਼ਹਿਰ ਪਾਇਆ ਹੈ ਨਾ ਵਿੱਚ ਉਹ ਇਸ ਤਰ੍ਹਾਂ ਦਾ ਹੈ ਵੀ ਪੇਟ ਅੰਦਰ ਜਾ ਕੇ ਉਹਨੇ ਸੂਲ ਪੈਦਾ ਕਰਨਾ ਸੀਗਾ ਜੀ। ਕਹਿਣ ਲੱਗਾ ਥੋੜੇ ਸਮੇਂ ਬਾਅਦ ਸੂਲ ਪੈਦਾ ਹੋਏਗਾ ਸਾਰਿਆਂ ਨੂੰ ਇਉਂ ਹੀ ਮਹਿਸੂਸ ਹੋਣਾ ਵੀ ਬਾਲਕ ਨੂੰ ਸੂਲ ਪੈਦਾ ਹੋਇਆ। ਸੂਲ ਕੀ ਹੁੰਦਾ ਅੰਦਰ ਦਰਦ ਪੈਦਾ ਹੋਣੀ ਪੇਟ 'ਚ ਤੇ ਉਹਦੇ ਨਾਲ ਮੌਤ ਹੋ ਜਾਣੀ ਹੈ। ਹਾਂਜੀ। ਤਬ ਧੀਰਜ ਧਰ ਦਦੀ ਕੋ ਮੁਖ ਕੇ ਢਿਗ ਢੋਵਾ। ਬੜਾ ਧੀਰਜ ਧਾਰ ਕੇ ਨਾ ਇੱਕ ਵਾਰੀ ਬ੍ਰਹਮ ਖਿਡਾਵਾ ਕਹਿੰਦਾ ਜੀ ਆਪ ਮੈਨੂੰ ਛਕਾ ਲੈਣ ਦਿਓ। ਛਕਾਉਣ ਲੱਗਾ ਜੀ। ਹਾਂਜੀ। ਪੀਵਹੁ ਗੇ ਅਬ ਮ੍ਰਿਤ ਹੋਏ ਡਰ ਉਰ ਤੇ ਖੋਵਾ। ਪੀਵਹੁ ਗੋ ਅਬ ਮ੍ਰਿਤ ਹੋਏ ਨਾਲੇ ਮਨ 'ਚ ਸੋਚਦਾ ਹੁਣੇ ਪੀ ਕੇ ਇਹਨਾਂ ਦੀ ਮੌਤ ਹੋ ਜਾਣੀ ਹੈ ਮੈਨੂੰ ਕਿਹੜਾ ਹੁਣ ਕਿਸੇ ਨੇ ਕੁਝ ਕਹਿਣਾ। ਹੁਣ ਤੇ ਗੁਰੂ ਦੀ ਹਜ਼ੂਰੀ 'ਚ ਹੋ ਰਿਹਾ ਜੋ ਹੋ ਰਿਹਾ। ਪ੍ਰੇ ਕੁਟੀ ਕੁਟਲ ਚੜਾਏ ਕਰ ਦ੍ਰਿਗ ਕਰੂਰ ਦਿਖਾਏ। ਤੇ ਜਦੋਂ ਨਾ ਦਹੀਂ ਦਾ ਕੌਲਾ ਉਹਦੇ 'ਚੋਂ ਚਮਚ ਕੱਢ ਕੇ ਮਹਾਰਾਜ ਦੇ ਮੁਖ ਨੂੰ ਲਾਵੇ ਨਾ ਤੇ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਹਾਰਾਜ ਨੱਕ ਤਾਂ ਚੜਾਉਣ ਜੀ ਸਿਰ ਫੇਰਨ ਵੀ ਮੈਂ ਨਹੀਂ ਛਕਣਾ। ਹਾਂਜੀ। ਹਟ ਕੇ ਉਹ ਬਾਸਨ ਹੱਥ ਤੇ ਰਿਸ ਕੁਛ ਉਪਜਾਏ। ਉਹ ਖਿਡਾਵਾ ਕਹਿਣ ਲੱਗਾ ਵੇਖੋ ਜੀ ਇਸ ਤਰ੍ਹਾਂ ਨਾ ਕਰਦੇ ਆ ਅੱਜ ਪਤਾ ਨਹੀਂ ਕੀ ਗੱਲ ਹੈ। ਫਿਰ ਦੂਜੀ ਵਾਰੀ ਦਹੀਂ ਛਕਾਉਣ ਲੱਗਾ ਤੇ ਛੇਵੇਂ ਪਾਤਸ਼ਾਹ ਨੇ ਹੱਥ ਮਾਰ ਕੇ ਚਮਚ ਪਰਾਂ ਕਰ ਦਿੱਤਾ ਜੀ ਵੀ ਮੈਂ ਇਸ਼ਾਰਾ ਕੀਤਾ ਵੀ ਨਹੀਂ ਛਕਣਾ। ਹਾਂਜੀ। ਹਰ ਗੋਬਿੰਦ ਜਬ ਇਮ ਕਰੀ ਸ਼੍ਰੀ ਅਰਜਨ ਜਾਨੀ। ਹਜੂਰ ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਜਾਣਦੇ ਆ ਸਾਰੀ ਗੱਲ ਜੀ।
ਮਹਾਰਾਜ ਨੇ ਫਿਰ ਇਹ ਗੱਲ ਜਾਣ ਕੇ ਕਪਟ ਦਦੀ ਮਹਿ ਕੁਛ ਕਰਿਓ ਦਿਜ ਦੁਰਮਤ ਠਾਨੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਦਹੀਂ ਨਹੀਂ ਹੈਗਾ, ਇਹਦੇ ਵਿੱਚ ਕੋਈ ਚੀਜ਼ ਹੈ ਜ਼ਰੂਰ। ਇਹ ਖਿਡਾਵਾ ਜਿਹੜਾ ਹੈ ਅੱਜ ਕੁਝ ਕਰ ਰਿਹਾ, ਕਾਰਨ ਅੱਜ ਖਿਡਾਵੇ ਦਾ ਚਿਹਰਾ ਆਮ ਦਿਨਾਂ ਵਰਗਾ ਨਹੀਂ ਸੀਗਾ। ਅੱਜ ਤੇਰੇ ਦੇ ਉੱਤੇ ਕਪਟ ਸੀਗਾ ਜੀ ਉਹਦੇ ਜੀ। ਮੂੰਹ ਤੇ ਸਾਰਾ ਕੁਝ ਨਹੀਂ ਪ੍ਰਗਟ ਹੁੰਦਾ, ਬਾਹਰੋਂ ਜਿੰਨੇ ਮਰਜ਼ੀ ਹੱਥ ਜੋੜੀ ਜਾਓ, ਮੂੰਹ ਕਿੱਥੇ ਲੁਕਾ ਲੇਗਾ ਬੰਦਾ ਜੀ। ਮਹਾਰਾਜ ਨੂੰ ਪਤਾ ਸਾਰੀ ਗੱਲ ਦਾ ਜੀ। ਹਾਂਜੀ। ਲੇਕਰ ਆਪਣੀ ਗੋਦ ਮਹਿ ਪ੍ਰਿਯ ਆਨੰਦ ਬਿਠਾਇਓ। ਮਹਾਰਾਜ ਕਹਿਣ ਲੱਗੇ ਲਿਆ, ਅੱਗੇ ਵੀ ਆਖਿਆ ਸੀ, ਹੁਣ ਅਸੀਂ ਆਪ ਹੀ ਛਕਾਉਂਦੇ ਆ ਕਹਿਣ ਲੱਗੇ। ਤੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ 'ਚ ਬਿਠਾ ਲਿਆ ਜੀ। ਹਾਂਜੀ। ਦ੍ਰਿਗ ਪੋਛਤ ਦੇ ਪਿਆਰ ਕੋ ਮੁਖ ਮਦਰ ਅਲਾਇਓ। ਤੇ ਅੱਖਾਂ ਪੂੰਝੀਆਂ, ਬੈਰਾਗ ਸੀ ਨਾ ਅੱਖਾਂ ਵਿੱਚ ਮਹਾਰਾਜ ਦੇ, ਅੱਖਾਂ ਪੂੰਝੀਆਂ ਤੇ ਅੱਖਾਂ ਪੂੰਝ ਕੇ ਮੁਖ ਮਦਰ ਅਲਾਇਓ। ਗੁਰੂ ਅਰਜਨ ਸਾਹਿਬ ਬੜੇ ਮਿੱਠੇ ਬੋਲ ਬੋਲਣ ਲੱਗੇ। ਦਿਜ ਕਰ ਤੇ ਦਦ ਕਰ ਲਈ ਪਿਆਵਨ ਪੁੰਨ ਲਾਗੇ। ਮਹਾਰਾਜ ਕਹਿਣ ਲੱਗੇ ਲਿਆਓ, ਅਸੀਂ ਆਪਣੇ ਪਿਆਰੇ ਪੁੱਤਰ ਨੂੰ ਆਪ ਛਕਾਉਨੇ ਆ। ਖਿਡਾਵੇ ਨੂੰ ਕਿਹਾ ਲਿਆ ਭਾਈ ਦਹੀਂ ਸਾਨੂੰ ਦੇ। ਉਹਦੇ ਹੱਥ ਚੋਂ ਦਹੀਂ ਲਿਆ ਤੇ ਮਹਾਰਾਜ ਆਪ ਪਿਆਉਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਅਗਲੀ ਗੱਲ ਹੁਣ ਬੜੇ ਧਿਆਨ ਨਾਲ ਸੁਣਿਓ। ਖਿਡਾਵੇ ਵਰੀ ਉਹ ਸਿਰ ਵੀ ਫੇਰਦੇ ਸਨ, ਮੂੰਹ ਵੀ ਚੜਾਉਂਦੇ ਸਨ, ਹੱਥ ਵੀ ਪਰਾਂ ਮਾਰ ਦਿੰਦੇ ਸਨ, ਪਰ ਹੁਣ ਤੇ ਸਮਰੱਥ ਗੁਰੂ ਜੀ ਛਕਾਉਣ ਲੱਗੇ। ਹਾਂਜੀ। ਹਰਖਤ ਦਿਜ ਭੀ ਕਹਿਤ ਹੈ ਕਰੀਏ ਮੁਖ ਆਗੇ। ਤੇ ਖਿਡਾਵਾ ਵੀ ਕਹਿਣ ਲੱਗਾ ਜੀ ਕਰੋ ਇਹਨਾਂ ਦੇ ਮੁਖ ਅੱਗੇ। ਪਤਾ ਨਹੀਂ ਕੀ ਗੱਲ, ਅੱਜ ਛਕਦੇ ਹੀ ਨਹੀਂ ਹੈ, ਛਕਾਓ ਮਹਾਰਾਜ ਇਹਨਾਂ ਨੂੰ। ਹਾਂਜੀ। ਜਬਹਿ ਕਟੋਰਾ ਢਿਗ ਬਦਨ ਸ਼੍ਰੀ ਗੁਰ ਨੇ ਕੀਨੋ। ਤੇ ਜਦੋਂ ਦਹੀਂ ਮੁਖ ਦੇ ਲਾਗੇ ਕੀਤਾ ਨਾ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਟੋਰਾ। ਹਾਂਜੀ। ਨੀਚ ਬਲੋਚਨ ਕਰ ਰਹੇ ਹਟਕਿਓ ਨਹਿ ਪੀਨੋ। ਤੇ ਹਰਗੋਬਿੰਦ ਸਾਹਿਬ ਜੀ ਨੇ ਸਿਰ ਨਹੀਂ ਮਾਰਿਆ, ਪਰਾਂ ਨਹੀਂ ਕੀਤਾ, ਕਿਉਂਕਿ ਸਤਿਗੁਰੂ ਨੇ ਨਾ ਇਹਨਾਂ ਨੂੰ ਨਾ ਵੀ ਨਹੀਂ ਕਰ ਸਕਦੇ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਆਪਣੇ ਹੱਥੀਂ ਦਹੀਂ ਛਕਾ ਰਹੇ ਆ, ਨਾ ਨਹੀਂ ਕਰ ਸਕਦੇ। ਕਿੰਨੀ ਸਮੱਤ ਹੈ, ਸਿਰ ਨਹੀਂ ਮਾਰ ਸਕਦੇ, ਹੱਥ ਨਹੀਂ ਮਾਰ ਸਕਦੇ, ਪਰ ਨਾ ਵੀ ਨਹੀਂ ਕੀਤੀ ਤੇ ਛਕਿਆ ਵੀ ਨਹੀਂ, ਧੌਣ ਨੀਵੀਂ ਕਰ ਲਈ ਸੀ, ਸਿਰ ਨੀਵਾਂ ਕਰ ਲਿਆ। ਹਾਂਜੀ। ਦੇਖ ਦਿਜ ਬਿਸਮੈ ਹੋਏ ਰਹਿਓ ਅਜਮਤ ਇਨ ਮਾਹੀ। ਇਹ ਵੇਖ ਕੇ ਬ੍ਰਾਹਮਣ ਹੈਰਾਨ ਹੋ ਗਿਆ। ਉਹਨੂੰ ਲੱਗ ਗਿਆ ਪਤਾ ਵੀ ਇਹ ਪੁੱਤਰ ਨਹੀਂ ਹੈਗਾ, ਇਹਦੇ 'ਚ ਸ਼ਕਤੀ ਹੈ। ਇਹ ਮੇਰੇ ਜ਼ਹਿਰ ਕਰਕੇ ਨਹੀਂ ਛਕ ਰਹੇ। ਹਾਂਜੀ। ਦਦੀ ਸਦੋਸ਼ ਪਛਾਨ ਕੇ ਲਾਵਤ ਮੁਖ ਨਾਹੀ। ਇਹਨਾਂ ਨੂੰ ਅੱਜ ਲੱਗ ਗਿਆ ਪਤਾ ਵੀ ਦਹੀਂ ਦੇ ਵਿੱਚ ਜ਼ਹਿਰ ਹੈ, ਇਸ ਕਰਕੇ ਮੁਖ ਨੂੰ ਨਹੀਂ ਲਾ ਰਹੇ। ਕੁਛ ਹੋਏ ਜਾਏ ਨਾ ਅਸ ਅਬੈ ਮਨ ਕਪਟ ਉਘਾਰੈ। ਤੇ ਹੁਣ ਸੋਚ ਰਿਹਾ ਵੀ ਸੇਵਕ ਵੀ ਲੱਗੇ ਨੇ, ਮਾਤਾ ਗੰਗਾ ਜੀ ਵੀ ਨੇ, ਗੁਰੂ ਅਰਜਨ ਸਾਹਿਬ ਵੀ ਨੇ, ਕਿਤੇ ਮੇਰਾ ਝੂਠ ਖੁੱਲ ਹੀ ਨਾ ਜਾਵੇ, ਕਪਟ ਹੀ ਨਾ ਖੁੱਲ ਜੇ ਸਾਰਿਆਂ ਦੇ ਵਿੱਚ। ਹਾਂਜੀ। ਤਰਸਤ ਭਇਓ ਪੁੰਨ ਮਨ ਵਿਖੈ ਬਹੁ ਗਟੀ ਵਿਚਾਰੈ। ਹੁਣ ਇਹ ਡਰਨ ਲੱਗ ਪਿਆ ਜੀ, ਤੇ ਮਨ ਵਿੱਚ ਸੋਚਾਂ ਸੋਚ ਰਿਹਾ। ਹਾਂਜੀ। ਅਲਪ ਜਾਤ ਕੂਕਰ ਹੁਤੋ ਪਿਸਤਾ ਕਹਿ ਜਾਹੀ। ਹੁਣ ਅੱਗੋਂ ਬੜੇ ਧਿਆਨ ਨਾਲ ਸੁਣਿਓ। ਕਹਿੰਦੇ ਅਲਪ ਜਾਤ ਕੂਕਰ ਹੁਤੋ, ਬੌਣੇ ਸਰੀਰ ਦਾ ਇੱਕ ਕੁੱਤਾ ਰਹਿੰਦਾ ਹੈ ਗੁਰੂ ਅਰਜਨ ਸਾਹਿਬ। ਕਈਆਂ ਨੇ ਇਹ ਸਾਖੀ ਗੁਰੂ ਕੀ ਬਡਾਲੀ ਦੀ ਲਿਖੀ ਹੈ, ਕਵੀ ਸੰਤੋਖ ਸਿੰਘ ਜੀ ਨੇ ਇਹ ਸਾਖੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਲਿਖੀ ਹੈ। ਛੋਟੀ ਆਮ ਵੇਖਿਆ ਨਾ, ਛੋਟੇ ਕੱਦ ਵਾਲੇ ਕੁੱਤੇ ਹੁੰਦੇ ਆ,
ਛੋਟੇ ਕੱਦ ਵਾਲਾ ਇੱਕ ਕੁੱਤਾ ਗੁਰੂ ਅਰਜਨ ਸਾਹਿਬ ਕੋ ਰਹਿੰਦਾ ਹੁੰਦਾ ਸੀ, ਤੇ ਗੁਰੂ ਅਰਜਨ ਸਾਹਿਬ ਨੇ ਉਹਦਾ ਨਾਮ ਪਤਾ ਕੀ ਰੱਖਿਆ? ਮਹਾਰਾਜ ਨੇ ਉਹਦਾ ਨਾਮ ਰੱਖਿਆ ਸੀ ਪਿਸਤਾ। ਆਖੋ ਵਾਹਿਗੁਰੂ ਵਾਹਿਗੁਰੂ। ਮੈਨੂੰ ਇਹ ਜਦੋਂ ਮੈਂ ਪੋਥੀ ਪੜ੍ਹ ਰਿਹਾ ਸਾਂ ਤੇ ਮੈਨੂੰ ਗੱਲ ਚੇਤਾ ਆ ਗਈ। ਉੱਥੇ ਡਰਬੀ 'ਚ ਭਾਈ ਰਵੀ ਸਿੰਘ ਰਹਿੰਦੇ ਆ, ਉਹਨਾਂ ਨੇ ਨਾ ਇਹ ਕਥਾ ਸੁਣ ਕੇ, ਉਹਨਾਂ ਦੇ ਘਰ ਵੀ ਕੁੱਤਾ ਹੈਗਾ ਤੇ ਉਹਨਾਂ ਛੋਟਾ ਕੁੱਤਾ, ਉਹਨਾਂ ਉਹਦਾ ਨਾਮ ਵੀ ਪਿਸਤਾ ਰੱਖਿਆ ਹੋਇਆ ਹੈ। ਕਥਾ ਸੁਣ ਕੇ ਵੀ ਮਹਾਰਾਜ ਦੇ ਕੁੱਕਰ ਦਾ ਨਾਮ ਪਿਸਤਾ ਸੀਗਾ ਜੀ। ਮਹਾਰਾਜ ਕੋਲ ਪਿਸਤਾ ਰਹਿੰਦਾ ਹੈ। ਹਾਂਜੀ। ਜਿਸ ਪਰਯੰਕ ਪਰ ਗੁਰ ਥਿਰ ਹੈ ਤਿਸ ਤਰੈ ਰਹਾਹੀ। ਉਹਦਾ ਹਿਸਾਬ ਪਤਾ ਕੀ ਸੀ? ਜਿਸ ਪਲੰਗੇ ਦੇ ਉੱਤੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਬੈਠਦੇ ਐ, ਆਸਣ ਲਾਉਂਦੇ ਐ, ਉਹ ਉਸ ਪਲੰਗੇ ਦੇ ਹੇਠਾਂ ਬਹਿੰਦਾ ਹੁੰਦਾ ਸੀਗਾ ਜਾ ਕੇ। ਪਿਸਤਾ। ਹਾਂਜੀ। ਵਹਿਰ ਚਲਤ ਕਿਤ ਸੰਗ ਹੋਏ ਪਗ ਪੰਕਜ ਤੀਰਾ। ਤੇ ਮਹਾਰਾਜ ਨੇ ਜਦੋਂ ਬਾਹਰ ਜਾਣਾ ਤੇ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਨਾਲ ਉਹਨੇ ਤੁਰਨਾ ਜੀ। ਜਿੱਧਰ ਜਾਣਾ ਦਰਬਾਰ ਸਾਹਿਬ ਤੱਕ ਉਹਨੇ ਨਾਲ ਹੀ ਜਾਣਾ ਮਹਾਰਾਜ ਦੇ ਜੀ। ਹਾਂਜੀ। ਰਹਿਤ ਹਦੂਰ ਸਦੀਵਹੀ ਜਿਹ ਭਾਗ ਗਹੀਰਾ। ਕਹਿੰਦੇ ਐ ਉਸ ਕੂਕਰ ਦੇ ਵੀ ਬੜੇ ਵੱਡੇ ਭਾਗ ਨੇ। ਕਿਉਂ? ਉਹ ਕੂਕਰ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿੰਦਾ ਹੈ ਜੀ। ਕਮਾਲ ਦੀ ਗੱਲ ਹੈ ਸੰਗਤ ਜੀ। ਇੱਥੇ ਬੰਦਿਆਂ ਦਾ ਨਾਮ ਇਤਿਹਾਸ ਵਿੱਚ ਨਹੀਂ ਚ ਆਇਆ, ਪਿਸਤੇ ਦਾ ਆ ਗਿਆ ਚ ਜੀ, ਉਹਦਾ ਨਾਮ ਆ ਗਿਆ ਚ ਜੀ। ਉਹਦੇ ਕੋਈ ਭਾਗ ਚੰਗੇ ਜੀ। ਹਾਂਜੀ। ਕਰਿਓ ਹਕਾਰਨ ਸਵਾਨ ਕੋ ਪਰੇ ਅੰਕ ਤਰੇ ਹੈ। ਹਜੂਰ ਮਹਾਰਾਜ ਨੇ ਫਿਰ ਆਵਾਜ਼ ਮਾਰੀ ਪਿਸਤੇ। ਉਹ ਸੀਗਾ ਹੇਠਾਂ ਪਲੰਗੇ ਦੇ। ਜਦੋਂ ਗੁਰੂ ਅਰਜਨ ਸਾਹਿਬ ਨੇ ਆਵਾਜ਼ ਮਾਰੀ ਨਾ ਪਿਸਤੇ, ਪਿਸਤਾ ਆਇਆ ਜੀ ਬਾਹਰ। ਫਿਰ ਕਿੱਡੇ ਭਾਗਾਂ ਵਾਲਾ, ਉਹਨੂੰ ਰੱਬ ਆਪ ਆਵਾਜ਼ਾਂ ਮਾਰ ਰਿਹਾ ਹੈ ਜੀ। ਹਾਂਜੀ। ਨਿਕਸਿਓ ਪੂਛ ਹਿਲਾਵਤੋ ਦ੍ਰਿਗ ਸੰਮੁਖ ਕਰੇ ਹੈ। ਉਹਦਾ ਰੰਗ ਚਿੱਟਾ। ਕਹਿਣ ਲੱਗੇ ਉਹ ਬਾਹਰ ਨਿਕਲਿਆ, ਪੂਛ ਹਿਲਾਉਣ ਲੱਗ ਪਿਆ ਜੀ। ਆਪਣੀਆਂ ਅੱਖਾਂ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਮੁਖ ਦੇ ਦਰਸ਼ਨ ਕਰਨ ਲੱਗਾ ਜੀ। ਹਾਂਜੀ। ਤਿਸ ਕੇ ਬਾਸਨ ਗੁਰੂ ਨੇ ਦਦ ਕਰਤੇ ਪਾਈ। ਸੇਵਕ ਨੂੰ ਕਿਹਾ ਪਿਸਤੇ ਦਾ ਭਾਂਡਾ ਲਿਆਓ। ਪਿਸਤੇ ਦਾ ਭਾਂਡਾ ਆ ਗਿਆ ਤੇ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਨਾ ਉਹ ਜਿਹੜਾ ਦਹੀਂ ਸੀ ਉਹ ਪਿਸਤੇ ਦੇ ਭਾਂਡੇ 'ਚ ਪਾ ਦਿੱਤਾ ਜੀ। ਹਾਂਜੀ। ਸੂੰਗਤ ਹੀ ਤਿਸ ਤੇ ਹਟਿਓ ਮੁਖ ਤਨਕ ਨਾ ਲਾਈ। ਅੱਗੇ ਜੋ ਮਹਾਰਾਜ ਨੇ ਪਾਉਣਾ, ਕਈ ਵਾਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਥਾਲੇ ਵਿੱਚੋਂ ਵੀ ਕੁਝ ਪ੍ਰਸ਼ਾਦਾ ਉਹਨੂੰ ਪਾ ਦਿੰਦੇ ਹੁੰਦੇ ਸੀਗੇ ਜੀ। ਉਹਨੇ ਝੱਟ ਛਕ ਲੈਣਾ। ਪਰ ਅੱਜ ਜਦੋਂ ਉਹਨੇ ਦਹੀਂ ਨੂੰ ਸੁੰਘਿਆ, ਉਹਨੇ ਛਕਿਆ ਨਾ, ਮੁਖ ਨੂੰ ਨਾ ਲਾਇਆ ਤੇ ਥੋੜਾ ਪਰਾਂ ਹੋ ਗਿਆ ਭਾਂਡੇ ਤੋਂ ਜੀ। ਹਾਂਜੀ। ਅਜਮਤ ਗੁਰ ਕੇ ਸਵਾਨ ਮਹਿ ਝੂਠੋ ਨਿਤ ਖਹਿ। ਤੇ ਕਹਿਣ ਲੱਗੇ ਉਹਦਾ ਕਾਰਨ ਇਹ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਤ ਪ੍ਰਸ਼ਾਦ ਛਕਦਾ ਸੀਗਾ, ਪਿਸਤਾ ਵੀ ਕਰਨੀ ਵਾਲਾ ਹੋ ਗਿਆ ਸੀਗਾ। ਕਹਿਣ ਲੱਗੇ ਭਾਗਾਂ ਵਾਲਾ ਹੋ ਗਿਆ ਸੀਗਾ ਜੀ ਇਹ। ਹਾਂਜੀ। ਵੇਖ ਜਾਨੀ ਅਚਵੀ ਨਹੀਂ ਗੁਰ ਕੋ ਸਮਝੈ ਹੈ। ਇਹ ਮਾਨੋ ਇਹ ਜ਼ੁਬਾਨ ਤੇ ਨਹੀਂ ਹੈ, ਇਹਦੀ ਬੋਲ ਨਹੀਂ ਸਕਦਾ, ਪਰ ਦੱਸ ਰਿਹਾ ਹੋਵੇ ਵੀ ਮਹਾਰਾਜ ਇਹਦੇ ਵਿੱਚ ਜ਼ਹਿਰ ਹੈ। ਸੱਚੇ ਪਾਤਸ਼ਾਹ ਇਹ ਦਹੀਂ ਸਧਾਰਨ ਨਹੀਂ ਹੈ। ਹਾਂਜੀ। ਸਿਰ ਹਿਲਾਏ ਖਰਕਾਏ ਕੈ ਆਪਣੇ ਜੁਗ ਕਾਨਾ। ਤੇ ਪਤਾ ਕੀ ਕਰਦਾ ਹੈ ਜੀ? ਮਾਰ ਕਹਿੰਦੇ ਪਿਸਤੇ ਛਕ ਲੈ। ਪਿਸਤਾ ਸਿਰ ਮਾਰਦਾ ਜੀ। ਸਾਰੇ ਸੇਵਕ ਵੇਖ ਰਹੇ। ਕਹਿੰਦੇ ਐ ਕੰਨਾਂ ਨੂੰ ਖੜਕਾ ਕੇ ਐ ਖੜੇ ਕਰਕੇ ਪੂਰੇ ਕੰਨ ਨਾ ਕਰ ਰਿਹਾ ਮਹਾਰਾਜ ਨੂੰ। ਹਾਂਜੀ। ਵੇਖ ਸਮੇਤ ਇਹੋ ਦਦੀ ਹੈ ਮੈਂ ਕਰੋ ਨਾ ਖਾਨਾ। ਕਵੀ ਸੰਤੋਖ ਸਿੰਘ ਕਹਿੰਦੇ ਮਾਨੋ ਸਾਰਿਆਂ ਵਿੱਚ ਕਹਿ ਰਿਹਾ ਹੋਵੇ ਮਹਾਰਾਜ ਇਸ ਦਹੀਂ 'ਚ ਜ਼ਹਿਰ ਹੈ, ਮੈਂ ਨਹੀਂ ਖਾਣਾ। ਜਾਨ ਤੇ ਸਭ ਨੂੰ ਪਿਆਰੀ ਹੈ ਨਾ। ਹਾਂਜੀ।
ਆਪ ਗਤ ਮੇਰੀ ਹੋਏਗੀ ਖੋਟੀ ਮ੍ਰਿਤ ਪਾਵੋ। ਮਾਨੋ ਇਹ ਮਨੋ ਮਨ ਮਹਾਰਾਜ ਨੂੰ ਦੱਸ ਰਿਹਾ ਹੋਵੇ, ਮਹਾਰਾਜ ਜੇ ਮੈਂ ਇਹ ਛਕ ਲਿਆ ਮੇਰੀ ਕਿੱਥੋਂ ਗਤੀ ਹੋਏਗੀ। ਹਾਂਜੀ। ਦੁਸ਼ਟ ਦਿਜਾਤਮ ਕੀ ਕ੍ਰਿਤ ਕੈਸੇ ਇਸ ਖਾਵੋ। ਇਹ ਮਨੋ ਮਨ ਪਿਸਤੇ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟ ਖਿਡਾਵੇ ਨੇ ਮਾੜਾ ਕੰਮ ਕੀਤਾ, ਮੈਂ ਕਿਵੇਂ ਖਾਵਾਂ ਇਹ ਦਹੀਂ। ਹਾਂਜੀ। ਕਿਰਿਆ ਕਰਤ ਕੋ ਪਰਖ ਕੈ ਗੁਰ ਬਾਖ ਅਲਾਏ। ਉਹਨੇ ਜਦੋਂ ਕਿਰਿਆ ਕੀਤੀ ਨਾ ਕੀਤਾ, ਸਿਰ ਫੇਰਿਆ, ਪਰਾਂ ਹੋ ਕੇ ਖਲੋ ਗਿਆ, ਗੁਰੂ ਸਾਹਿਬ ਨੇ ਉਹਨੂੰ ਬੋਲ ਕੇ ਆਖਿਆ ਜੀ। ਹਾਂਜੀ। ਤੂੰ ਹਮਰੇ ਨਿਤ ਸੰਗ ਹੈ ਇਤ ਉਤ ਸਭ ਥਾਏ। ਉਹ ਪਿਸਤਾ ਮਨ ਹੋ ਮਨ ਬੇਨਤੀਆਂ ਕਰਦਾ, ਮਹਾਰਾਜ ਮੈਂ ਦਹੀਂ ਛਕ ਲਿਆ, ਮਰ ਜਾਵਾਂਗਾ, ਤੁਹਾਡੇ ਤੋਂ ਵਿਛੜ ਜਾਵਾਂਗਾ। ਚੇਤਾ ਰੱਖਿਓ ਸਰੀਰ ਕੁੱਤੇ ਵਾਲਾ ਹੈ, ਜੀਵਾਤਮਾ ਤੇ ਕੁੱਤਾ ਨਹੀਂ ਨਾ ਹੈਗੀ ਜੀ। ਜੀਵਾਤਮਾ ਤੇ ਉਹੋ ਹੀ ਹੈ ਜਿਹੜੀ ਸਾਡੇ ਅੰਦਰ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਹਮਰੇ ਨਿਤ ਸੰਗ ਹੈ। ਪਿਸਤੇ ਤੂੰ ਸਾਡੇ ਕੋਲ ਹੀ ਹੈ ਸਦਾ, ਇੱਥੇ ਵੀ ਤੇ ਉੱਥੇ ਵੀ ਕਹਿਣ ਲੱਗੇ। ਹਾਂਜੀ। ਨਹਿ ਵਿਛਰਹਿ ਸ਼ੁਭ ਹੋਏ ਗਤ ਸੰਦੇਹ ਨਾ ਕੀਜੈ। ਨਹਿ ਵਿਛਰਹਿ ਸ਼ੁਭ ਹੋਏ ਗਤ, ਚਿੰਤਾ ਨਾ ਕਰ, ਤੇਰੀ ਸ਼ੁਭ ਗਤੀ ਹੋਏਗੀ, ਸ਼ੱਕ ਨਾ, ਵਾਹਿਗੁਰੂ ਸ਼ੱਕ ਨਾ ਕਰ, ਤੇ ਦਹੀਂ ਛਕ ਲਾ ਕਹਿਣ ਲੱਗੇ। ਹਾਂਜੀ। ਬਿਦਤ ਹੈ ਕਪਟ ਜੇ ਦੁਸ਼ਟ ਹੋਵੇ ਦਦ ਅਬ ਸਭ ਪੀਜੈ। ਮਹਾਰਾਜ ਕਹਿੰਦੇ ਸਾਰਾ ਹੀ ਛਕ ਜਾ, ਪਤਾ ਲੱਗੇ ਵੀ ਦਹੀਂ ਚ ਕੀ ਗੱਲ ਹੈਗੀ ਹੈ। ਹਾਂਜੀ। ਇਸ ਪ੍ਰਕਾਰ ਗੁਰ ਤੇ ਸੁਨਤ ਤਜ ਮ੍ਰਿਤ ਕੋ ਤਰਾਸਾ। ਤੇ ਬਸ ਫਿਰ ਕੀ ਸੀਗਾ, ਕਵੀ ਜੀ ਲਿਖਦੇ ਆ, ਕਹਿੰਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਪਿਸਤੇ ਨੂੰ ਆਖਿਆ ਨਾ ਵੀ ਛਕ ਜਾ, ਤੂੰ ਸਾਡੇ ਨਾਲ ਹੀ ਰਹਿਣਾ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ, ਪਿਸਤੇ ਦੇ ਅੰਦਰੋਂ ਮੌਤ ਦਾ ਭੈ ਨਿਕਲ ਗਿਆ ਕਹਿਣ ਲੱਗੇ। ਹਾਂਜੀ। ਬਿਨ ਬਿਲੰਬ ਸਭ ਹੀ ਦਦੀ ਪੀ ਕਰ ਤ੍ਰਿਪਤਾਸਾ। ਬਿਨਾਂ ਦੇਰੀ ਸਾਰਿਆਂ ਦੇ ਵੇਖਦੇ ਵੇਖਦੇ ਉਹ ਦਹੀਂ ਛਕ ਗਿਆ ਜੀ, ਸਾਰਾ ਹੀ ਜੀ, ਸਾਰਾ ਦਹੀਂ ਛਕ ਗਿਆ ਜੀ। ਹਾਂਜੀ। ਬੈਠ ਗਈ ਗੰਗਾ ਨਿਕਟ ਦਿਜ ਦੁਸ਼ਟ ਬਿਠਾਵਾ। ਮਹਾਰਾਜ ਨੇ ਸੇਵਾਦਾਰਾਂ ਨੂੰ ਆਖਿਆ, ਧਿਆਨ ਇਸ਼ਾਰਾ ਕਰ ਦਿੱਤਾ ਵੀ ਖਡਾਵੇ ਨੂੰ ਭੱਜਣ ਨਹੀਂ ਦੇਣਾ। ਹੁਣ ਮਾਤਾ ਗੰਗਾ ਜੀ ਵੀ ਬੈਠ ਗਏ ਜੀ। ਹਾਂਜੀ। ਅਪਰ ਦਾਸ ਸਿੱਖ ਪਾਸ ਗਨ ਬੈਠੇ ਤਿਸ ਥਾਵਾ। ਖਡਾਵਾ ਵੀ ਬੈਠ ਗਿਆ, ਹੋਰ ਸੇਵਕ ਦਾਸ ਸਾਰੇ ਬੈਠ ਗਏ, ਹਰਗੋਬਿੰਦ ਜੀ ਮਹਾਰਾਜ ਦੀ ਗੋਦ ਵਿੱਚ ਨੇ ਜੀ। ਹਾਂਜੀ। ਹੀਰਤ ਬਿਸਮਤ ਚਿਤ ਸਮਸਤ ਕਾਰਨ ਕਿਆ ਹੋਈ। ਹੁਣ ਸਾਰੇ ਹੈਰਾਨ ਨੇ ਵੀ ਕੀ ਹੋਣ ਵਾਲਾ ਹੈ। ਮਹਾਰਾਜ ਨੇ ਕਿਹਾ ਵੀ ਸਾਰੇ ਇੱਥੇ ਰਹੋ, ਕੋਈ ਕਿਤੇ ਨਹੀਂ ਜਾਏਗਾ। ਹਾਂਜੀ। ਵਿਪਰ ਬਦਨ ਤਬ ਪੀਤ ਭਾ ਸਭ ਧੀਰਜ ਖੋਈ। ਜ਼ਹਿਰ ਦਾ ਤਾਂ ਅਸਰ ਅਜੇ ਕੁੱਤੇ ਨੂੰ ਨਹੀਂ ਹੋਇਆ, ਪਰ ਖਡਾਵੇ ਦੇ ਰੰਗ ਪਹਿਲਾਂ ਹੀ ਪੀਲੇ ਪੈ ਗਏ ਜੀ। ਉਹਨੂੰ ਪਾਪੀ ਨੂੰ ਆਪਣੇ ਪਾਪ ਦੀ ਸੁੱਝ ਗਈ ਨਾ ਜੀ। ਹਾਂਜੀ। ਧਰਾ ਪਰਵੇਸ਼ਿਓ ਜਾਏ ਨਹਿ ਨਭ ਉਠਿਓ ਨਾ ਜਾਈ। ਉਹ ਸੋਚਦਾ ਹੈ ਵੀ ਜੇ ਕਿਤੇ ਧਰਤੀ ਪਾਟੇ ਤੇ ਮੈਂ ਧਰਤੀ ਵਿੱਚ ਧਸ ਜਾ, ਉੱਡਣ ਦੀ ਸ਼ਕਤੀ ਹੋਵੇ, ਆਕਾਸ਼ 'ਚ ਉੱਡ ਜਾਵਾਂ, ਇੱਥੇ ਨਾ ਰਵਾਂ। ਕਿਉਂ? ਥੋੜੇ ਸਮੇਂ ਬਾਅਦ ਉਸ ਖਿਡਾਵੇ ਦਾ ਹਾਲ ਕੀ ਹੋਣਾ ਉਹਨੂੰ ਲੱਗ ਗਿਆ ਪਤਾ ਜੀ। ਹਾਂਜੀ। ਕਪਟ ਖੋਟਾਈ ਕ੍ਰਿਤੀ ਮਮ ਸਭਹੁ ਲਖ ਪਾਈ। ਹੁਣੇ ਮੇਰੀ ਖੋਟਾਈ ਦਾ ਸਭ ਨੂੰ ਪਤਾ ਲੱਗ ਜਾਣਾ। ਹਾਂਜੀ। ਧਰ ਮੁਖ ਮੋਨ ਬਲੋਕ ਤੇ ਬੋਲਤ ਨਹਿ ਕੋਈ। ਪਰ ਚੁੱਪ ਕਰਕੇ ਖਿਡਾਵਾ ਬੈਠ ਗਿਆ, ਬੋਲਦਾ ਨਹੀਂ ਕੁਛ। ਭੱਜਣ ਦਾ ਦਾ ਸੋਚਦਾ, ਭੱਜਿਆ ਨਹੀਂ ਜਾਣਾ ਜੀ। ਸੰਗਤਾਂ ਵੀ ਚੁੱਪ ਕਰਕੇ ਵੇਖ ਰਹੀਆਂ ਜੀ। ਹਾਂਜੀ। ਅੰਤਰ ਜਾਮੇ ਧਨ ਗੁਰ ਔਰ ਸਭ ਸੁਧ ਹੋਈ। ਧੰਨ ਨੇ ਗੁਰੂ ਅਰਜਨ ਦੇਵ ਸਾਹਿਬ ਅੰਤਰਜਾਮੀ। ਇੰਨਾ ਧੀਰਜ ਜੀ, ਇੰਨਾ ਧੀਰਜ। ਮਹਾਰਾਜ ਵੀ ਸ਼ਾਂਤੀ ਨਾਲ ਬੈਠੇ, ਹਰਗੋਬਿੰਦ ਜੀ ਨੂੰ ਗੋਦ 'ਚ ਬਿਠਾਇਆ ਜੀ ਆਪਣੀ। ਹਾਂਜੀ। ਘਾਟੀ ਏਕ ਮਹਿ ਸਵਾਨ ਸੋ ਗਿਰ ਪਰਿਓ ਜੋ ਠਾਂਡਾ। ਕੁੱਤਾ ਵੀ ਖਲੋਤਾ ਹੋਇਆ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਇੱਕ ਘੜੀ ਬਾਅਦ ਉਹ ਕੁੱਤਾ ਜਿਹੜਾ ਹੈ ਨਾ ਧਰਤੀ ਤੇ ਡਿੱਗ ਗਿਆ ਜੀ।
ਜ਼ਹਿਰ ਦਾ ਅਸਰ ਸ਼ੁਰੂ ਹੋ ਗਿਆ ਜੀ। ਹਾਂਜੀ। ਤਰਫਤ ਮਾਰਤ ਪਗਨ ਬਹੁ ਸੰਕਟ ਵੱਡ ਵੱਡ। ਤੜਫਣ ਲੱਗ ਪਿਆ ਜੀ, ਧਰਤੀ ਤੇ ਡਿੱਗ ਕੇ ਨਾ ਤੜਫਣ ਲੱਗ ਪਿਆ ਤੇ ਕੁੱਤਾ ਤੜਫਦਾ ਹੋਇਆ ਪੈਰ ਮਾਰਨ ਲੱਗਾ ਜੀ। ਪੈਰ ਮਾਰੇ ਬੜੀ ਤੇਜ਼ ਤੇਜ਼ ਜੀ। ਹਾਂਜੀ। ਲਾਗੁਲ ਐਠਤ ਬੈਠ ਕਬ ਪੈਠਤ ਘਰ ਜਾਈ। ਪੂਛ ਕੜਾਉਂਦਾ ਹੈ, ਕਦੀ ਬੈਠ ਜਾਂਦਾ ਹੈ, ਕਦੀ ਕਿਸੇ ਬੰਨੇ ਭੱਜਦਾ, ਫਿਰ ਗੁਰੂ ਸਾਹਿਬ ਕੋ ਆ ਜਾਂਦਾ ਹੈ। ਤੜਪਣ ਦਿਆ ਜੀ ਉਹ ਜੀ, ਤਾਂ ਨੂੰ ਛਾਲਾ ਮਾਰੇ, ਤੜਪੇ ਜੀ ਉਹ ਕੁੱਤਾ ਜੀ। ਹਾਂਜੀ। ਸ਼ਬਦ ਕਰਤ ਕਬ ਆਏ ਕੈ ਆਗੇ ਲਿਟ ਜਾਈ। ਕਦੀ ਤੇ ਪਿਸਤਾ ਉੱਚੀ ਉੱਚੀ ਭੌਂਕਣ ਲੱਗ ਪੈਂਦਾ, ਚੂਕਦਾ ਹੈ ਜੀ। ਕਦੀ ਬੁਰੇ ਹਾਲ ਹੋ ਕੇ ਲੱਤਾਂ ਮਾਰਦਾ ਨਾ, ਪਿਸਤਾ ਮਹਾਰਾਜ ਦੇ ਅੱਗੇ ਲੰਮੇ ਪੈ ਕੇ ਤੜਪਣ ਲੱਗ ਪੈਂਦਾ ਹੈ ਜੀ। ਸਾਰੇ ਵੇਖਦੇ, ਨਹੀਂ ਸ਼ੱਕ ਕੇ ਕੁਛ ਹੋਇਆ ਉਹਨੂੰ। ਹਾਂਜੀ। ਲਾਲ ਬਲੋਚਨ ਹੋਏ ਗਏ ਵਿਆਕੁਲਤਾ ਪਾਏ। ਬੜੀ ਵਿਆਕੁਲਤਾ ਪਾਈ ਜੀ ਫਿਰ ਉਹਨੇ ਜੀ, ਬੜਾ ਵਿਆਕੁਲ ਹੋਇਆ ਪਿਸਤਾ। ਪਿਸਤੇ ਦੀਆਂ ਅੱਖਾਂ ਲਾਲ ਹੋ ਗਈਆਂ ਸਾਰੀਆਂ ਜੀ। ਹਾਂਜੀ। ਇਸ ਪ੍ਰਕਾਰ ਸੰਕਟ ਲਹਿਓ ਸਭ ਕੇ ਅਗਵਾਏ। ਸਾਰੇ ਦੇਖ ਰਹੇ ਆ, ਪਿਸਤਾ ਸਾਰਿਆਂ ਵਿੱਚ ਤੜਪ ਰਿਹਾ, ਪੈਰ ਮਾਰਦਾ, ਅੱਖਾਂ ਲਾਲ ਹੋਈਆਂ ਪਈਆਂ, ਬਹੁਤਾ ਹੀ ਤੜਪਣ ਦਿਆ ਪਿਸਤਾ ਜੀ। ਹਾਂਜੀ। ਕੀਤਕ ਚਿਰ ਮਹਿ ਮਰ ਰਹਿਓ ਮੁਖ ਦੀਨ ਪਸਾਰੇ। ਤੇ ਬਸ ਫਿਰ ਕੀ ਸੀਗਾ ਜੀ, ਸਾਰਿਆਂ ਦੇ ਵੇਖਦਿਆਂ ਵੇਖਦਿਆਂ ਕੁਝ ਸਮੇਂ ਵਿੱਚ ਪਿਸਤਾ ਜਿਹੜਾ ਨਾ ਜੀ ਉਹ ਮਰ ਗਿਆ ਜੀ। ਇਸ ਕਪਟੀ ਖਿਡਾਵੇ ਤੋਂ ਚੰਗਾ ਤੋਂ ਪਿਸਤਾ ਹੈਗਾ ਹੈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਬਾਣੀ ਚ ਕਹਿੰਦੇ, ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ। ਬਾਬਾ ਜੀ ਕਬੀਰ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਕੂਕਰ ਭਲੀ ਹੈ, ਸਾਕਤ ਬੰਦੇ ਦੀ ਮਾਂ ਦੇ ਨਾਲੋਂ ਜੀ। ਉਹਦੀ ਸਾਕਤ ਰੱਬ ਤੋਂ ਟੁੱਟੇ ਹੋਏ ਦੀ ਮਾਂ ਨਾਲੋਂ ਤੇ ਰੱਬ ਦੇ ਪਿਆਰਿਆਂ ਦੀ ਕੂਕਰ ਚੰਗੀ ਹੈਗੀ। ਕਹਿਣ ਲੱਗੇ ਕਿਉਂ ਚੰਗੀ ਹੈ? ਕਹਿੰਦੇ ਉਹ ਰੱਬ ਦੇ ਪਿਆਰਿਆਂ ਕੋਲੋਂ ਉੱਥੇ ਬਹਿ ਕੇ ਨਾਮ ਸੁਣਦੀ ਹੈ, ਸਾਕਤ ਦੀ ਮਾਂ ਪਾਪ ਕਰਦੀ ਹੈ। ਇਹ ਚੰਗਾ ਸੀ ਕੁੱਤਾ ਜੀ, ਮਹਾਰਾਜ ਦੇ ਦਰਸ਼ਨ ਤੇ ਕਰਦਾ ਸੀ ਨਾ, ਕਥਾ ਕੀਰਤਨ ਸੁਣਦਾ ਸੀ। ਹਾਂਜੀ। ਦੰਤ ਨਿਕਾਸੇ ਵਹਿਰ ਕੋ ਗਿਰ ਗੁਰੂ ਅਗਾਰੇ। ਦੰਦ ਬਾਹਰ ਨੂੰ ਨਿਕਲ ਗਏ ਤੇ ਮਰਿਆ ਪਿਆ ਗੁਰੂ ਸਾਹਿਬ ਦੇ ਅੱਗੇ ਜੀ ਪਿਸਤਾ। ਹਾਂਜੀ। ਪੱਗ ਪੰਕਜ ਤਬ ਆਪਨੋ ਕੂਕਰ ਨੇ ਛੁਆਵਾ। ਮਹਾਰਾਜ ਨੇ ਬਾਲਕ ਹਰਗੋਬਿੰਦ ਜੀ ਨੂੰ ਮਾਤਾ ਜੀ ਨੂੰ ਫੜਾ ਦਿੱਤਾ ਜੀ। ਆਪ ਸਤਿਗੁਰੂ ਉੱਠੇ, ਮਹਾਰਾਜ ਨੇ ਆਪਣਾ ਚਰਨ, ਆਪਣੇ ਚਰਨ ਦਾ ਅੰਗੂਠਾ ਪਿਸਤੇ ਦੇ ਮੱਥੇ ਤੇ ਲਾਇਆ ਜੀ। ਹਾਂਜੀ। ਗਇਓ ਬੈਕੁੰਠ ਬੇਬਾਨ ਚੜ ਉਤਮ ਪਦ ਪਾਵਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਫਿਰ ਕੀ ਸੀਗਾ ਜੀ, ਪਿਸਤਾ ਬੇਬਾਨ ਚੜ ਕੇ ਬੈਕੁੰਠ ਨੂੰ ਗਿਆ ਜੀ। ਫਿਰ ਜੀ ਹਾਂਜੀ, ਬੈਕੁੰਠ ਨੂੰ ਗਿਆ, ਬੈਕੁੰਠ ਨੂੰ ਜੀ ਉਹਨੇ ਉੱਤਮ ਪਦਵੀ ਪਾਈ ਜੀ, ਉੱਤਮ ਪਦਵੀ ਜੀ। ਬੈਕੁੰਠ ਕਿਹਨੂੰ ਕਹਿੰਦੇ ਭਲਾ? ਸਵਰਗ ਨੂੰ ਨਹੀਂ ਕਹਿੰਦੇ, ਬੈਕੁੰਠ ਸੱਚਖੰਡ ਨੂੰ ਕਹਿੰਦੇ ਆ। ਹਾਂਜੀ। ਸਭ ਦੇਖਤ ਵਿਸਮਾਏ ਗਏ ਕਰ ਹਾਹਾਕਾਰ। ਸਾਰੇ ਵੇਖ ਕੇ ਹੈਰਾਨ ਹੋ ਗਏ, ਹਾਹਾਕਾਰ ਕਰਨ ਲੱਗੇ ਜੀ ਵੀ ਇਹ ਕੀ ਗੱਲ ਬਣੀ ਜੀ ਕੁੱਤੇ ਨੂੰ। ਹਾਂਜੀ। ਹਰ ਗੋਬਿੰਦ ਉਬਰੇ ਭਲੇ ਜਨ ਸੁਖਦ ਉਦਾਰਾ। ਤੇ ਸਾਰੇ ਪਤਾ ਕੀ ਕਹਿੰਦੇ, ਚੰਗਾ ਹੋਇਆ ਹਰ ਗੋਬਿੰਦ ਜੀ ਨੇ ਦਹੀਂ ਨਹੀਂ ਛਕਿਆ, ਜਾਨ ਬਚ ਗਈ। ਕਹਿਣ ਲੱਗੇ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਹੁਣ। ਹਾਂਜੀ। ਦੋਹਰਾ ਜਾਨ ਖੋਟ ਦਿਜ ਦੁਸ਼ਟ ਕੋ ਸ਼੍ਰੀ ਗੁਰ ਸਹਿ ਨਾ ਸਕਾਏ। ਮਹਾਰਾਜ ਬਖਸ਼ਦੇ ਰਹੇ, ਬਖਸ਼ਦੇ ਰਹੇ, ਬਖਸ਼ਦੇ ਰਹੇ, ਇਹ ਬਾਜ ਨਹੀਂ ਆਇਆ। ਮਹਾਰਾਜ ਨੇ ਕਿਹਾ ਵੀ ਇਹਨੇ ਖੋਟਤਾਈ ਵਿੱਚ ਤੇ ਆਤੀ ਕਰ ਦਿੱਤੀ ਜੀ। ਹਾਂਜੀ। ਕਰੋਧ ਕਰਿਓ ਦੇਖਤ ਭਏ ਜਬਹਿ ਸਵਾਨ ਅੰਮ੍ਰਿਤ ਪਾਏ। ਉਹ ਸਾਹਮਣੇ ਪਿਸਤਾ ਮਰਿਆ ਪਿਆ ਹੈ ਨਾ, ਸ੍ਰੀ ਗੁਰੂ ਅਰਜਨ ਸਾਹਿਬ ਉੱਥੇ ਵੀਰ ਰਸ ਵਿੱਚ ਆਏ ਜੀ। ਉਂਝ ਨਹੀਂ ਮਹਾਰਾਜ ਵੀਰ ਰਸ ਚ ਆਏ ਜੀ। ਸ਼ਾਂਤੀ ਰਹੇ ਸੱਚੇ ਪਾਤਸ਼ਾਹ ਸਾਰਾ ਜੀਵਨ ਕਾਲ ਜੀ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਉੱਥੇ ਵੀਰ ਰਸ ਚ ਆਏ ਮਹਾਰਾਜ। ਕਿਉਂ? ਉਹ ਕੂਕਰ ਵੀ ਮਹਾਰਾਜ ਨੂੰ ਪਿਆਰਾ ਸੀਗਾ ਜੀ। ਹਾਂਜੀ। ਕਬਿਤ
ਜੈਸੋ ਜੈਸੋ ਦੁਖ ਪਾਇਓ ਸਵਾਨ ਦੁਜਨ ਮਹਾਨ ਦਿਜ ਭਇਓ ਪ੍ਰਾਨ ਹਾਨ ਅਬ ਹਿਰਤ ਅਗਾਰੀ ਤੋਹੇ। ਹਜੂਰ ਮਹਾਰਾਜ ਕਹਿਣ ਲੱਗੇ ਦੁਸ਼ਟ ਬ੍ਰਾਹਮਣ, ਥੋੜਾ ਮਹਾਰਾਜ ਨੇ ਫਿਰ ਬੀਰਸ ਚ ਆਖਿਆ, ਜਿਸ ਤਰ੍ਹਾਂ ਤੇਰੇ ਅੱਗੇ ਵੇਖਦਿਆਂ ਕੁੱਤਾ ਮਰ ਗਿਆ, ਮਹਾਰਾਜ ਕਹਿਣ ਲੱਗੇ ਉਹੋ ਜਿਹਾ ਦੁੱਖ ਹੁਣ ਤੂੰ ਪਾਉਣਾ ਹੈ, ਕਹਿਣ ਲੱਗੇ ਜਿਵੇਂ ਉਹਨੇ ਦੁੱਖ ਪਾਇਆ। ਹਾਂਜੀ, ਜੈਸੇ ਪਾਏ ਸੰਕਟ ਵਿਸਾਲ ਤਤਕਾਲ ਫਲ। ਤੈਸੇ ਪਾਏ ਸੰਕਟ ਵਿਸਾਲ ਤਤਕਾਲ ਫਲ, ਉਸੇ ਤਰ੍ਹਾਂ ਹੀ ਤੂੰ ਸੰਕਟ ਪਾਏਗਾ, ਕਹਿਣ ਲੱਗੇ ਜਿਵੇਂ ਤੜਪ ਤੜਪ ਕੇ ਪਿਸਤੇ ਨੇ ਸਰੀਰ ਤਿਆਗਿਆ ਨਾ। ਹਾਂਜੀ, ਮੂਰਖ ਅਜਾਨ ਜਾਨ ਤੇਰੋ ਤਨ ਨਾਸ਼ ਹੋਏ। ਉਹ ਮੂਰਖ, ਮਹਾਰਾਜ ਕਹਿਣ ਲੱਗੇ ਹੁਣ ਤੇਰੇ ਵਾਰੀ ਹੋ, ਕਹਿਣ ਲੱਗੇ ਹੁਣ ਤੇਰਾ ਸਰੀਰ ਨਾਸ ਹੋਏਗਾ। ਹਾਂਜੀ, ਐਸੇ ਗੁਰ ਬੈਨ ਭਨੇ ਸੁਨੇ ਸਰੋਨ ਮੂਡ ਬ੍ਰਿਪ। ਬਸ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਕਹਿਣ ਦੀ ਦੇਰ ਹੈ। ਆਖੋ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ। ਜਦੋਂ ਮਹਾਰਾਜ ਨੇ ਐਸੇ ਬਚਨ ਕੀਤੇ ਨਾ ਜੀ, ਬਚਨ ਕਰਨ ਦੀ ਦੇਰ ਸੀਗੀ। ਉਠਿਓ ਸੂਲ ਤੇ ਹੀ ਛਿਨ ਗਿਰਿਓ ਧਰ ਪਇਓ ਮੋਹੇ। ਸਾਧ ਸੰਗਤ ਜੀ, ਉਸੇ ਵੇਲੇ ਉਸ ਬ੍ਰਾਹਮਣ ਦੁਸ਼ਟ ਖਿਡਾਵੇ ਦੇ ਅੰਦਰ ਸੂਲ ਉੱਠਿਆ ਤੇ ਧਰਤੀ ਤੇ ਡਿੱਗ ਗਿਆ ਜੀ। ਉਹ ਜੀ ਬਚਨ ਹੀ ਕੀਤਾ ਜੀ। ਹਾਂਜੀ, ਲਿਟਤ ਕਰਤ ਹਾਥ ਹਾਏ ਹਾਏ ਨਾ ਸਹਾਏ ਅਬ ਪਰਿਓ। ਤੇ ਪਤਾ ਕੀ ਕਹਿਣ ਲੱਗਾ ਜੀ, ਲਿਟਤ ਕਰਤ ਹਾਏ ਹਾਏ ਨਾ ਸਹਾਏ ਅਬ, ਹਾਏ 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 ਕਰਨ ਲੱਗਾ, ਧਰਤੀ ਤੇ ਪਲਸੇਟੀਆਂ ਮਾਰਨ ਲੱਗਾ ਜੀ ਉਹ। ਹਾਂਜੀ, ਪਰਿਓ ਅਰ ਰਾਏ ਦੁਖ ਪਾਏ ਜੋ ਤਰਤ ਦਰੋਹੇ। ਬੜੀਆਂ ਚੀਕਾਂ ਮਾਰਨ ਲੱਗਾ, ਲੋਕ ਚੀਕਾਂ ਸੁਣਨ ਦਾ ਜੀ ਹੋ ਰਹੀਆਂ ਜੀ। ਹਾਂਜੀ, ਏਕ ਘਟੀ ਸੂਲ ਪਇਓ ਸੰਕਟ ਵਿਸਾਲ ਦਇਓ। ਇੱਕ ਘੜੀ ਤੜਪਦਾ ਰਿਹਾ ਜੀ, ਫਿਰ ਉਹ ਬੜਾ ਦੁੱਖ ਹੋਇਆ ਜੀ ਉਹਨੂੰ ਜੀ। ਹਾਂਜੀ, ਫੇਰ ਮਰ ਗਇਓ ਹੱਥ ਪਾਇਨ ਪਸਾਰ ਕਰ। ਬਸ ਫਿਰ ਕੀ ਸੀਗਾ ਜੀ, ਹੱਥ ਪੈਰ ਪਸਾਰੇ ਰਹਿ ਗਏ ਤੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਸਾਰੀ ਸੰਗਤ ਵਿੱਚ ਇੱਕ ਘੜੀ ਤੜਪ ਤੜਪ ਕੇ ਉਹ ਜਿਹੜਾ ਬ੍ਰਾਹਮਣ ਸੀ ਉਹ ਮਰ ਗਿਆ ਜੀ। ਇਹਨੂੰ ਤੇ ਜ਼ਹਿਰ ਦੇਣ ਦੀ ਵੀ ਨਹੀਂ ਲੋੜ ਪਈ ਜੀ, ਮਹਾਰਾਜ ਦੇ ਬਚਨ ਨੇ ਕਿੰਨਾ ਅਸਰ ਕਰ ਦਿੱਤਾ ਜੀ। ਹਾਂਜੀ, ਮਰੇ ਦੋ ਹੇਰ ਕਰ ਬਿਸਮੇ ਬਡੇਰ ਸਭ। ਕਹਿਣ ਲੱਗੇ ਇੱਕ ਬੰਨੇ ਉਹ ਕੂਕਰ ਮਰਿਆ ਪਿਆ ਪਿਸਤਾ, ਇੱਕ ਬੰਨੇ ਖਿਡਾਵਾ ਮਰਿਆ ਪਿਆ, ਸਾਰੇ ਵੇਖ ਕੇ ਹੈਰਾਨ ਹੋਏ ਨੇ ਜੀ। ਹਾਂਜੀ, ਕਾਹੇ ਬਾਕ ਪ੍ਰਭੂ ਨੇ ਬਚਾਇਓ ਹਿਤ ਧਾਰ ਕਰ। ਤੇ ਸਾਰੇ ਕਹਿਣ ਲੱਗੇ ਰੱਬ ਨੇ ਮਿਹਰ ਕਰਕੇ ਹੀ ਬਚਾ ਲਿਆ ਅੱਜ, ਕਹਿਣ ਲੱਗੇ ਅੱਜ ਤੇ ਅਨਰਥ ਹੋ ਜਾਣਾ ਸੀਗਾ। ਹਾਂਜੀ, ਪਾਪੀ ਇਨ ਕੀਨ ਕਹਾਂ ਠਾਨ ਕੇ ਕਪਟ ਮਹਾ। ਇਸ ਪਾਪੀ ਨੇ ਕੀ ਕਪਟ ਠਾਣ ਕੇ ਇਹੋ ਜਿਹਾ ਦਹੀਂ ਤਿਆਰ ਕੀਤਾ ਵੀ ਛਕਦਿਆਂ ਸਾਰੀ ਕੂਕਰ ਮਰ ਗਿਆ। ਹਾਂਜੀ, ਵੇਖ ਕੋ ਪਿਲਾਏ ਰਹਾ ਪੀਓ ਨਾ ਪੁਕਾਰ ਕਰ। ਕਹਿਣ ਲੱਗੇ ਤਾਈਓ ਹੀ ਜ਼ਰੂਰ ਉਹਦੇ ਚ ਜ਼ਹਿਰ ਹੋਏਗਾ। ਛੇਵੇਂ ਪਾਤਸ਼ਾਹ ਬਾਰੇ ਕਹਿੰਦੇ ਬਾਲਕ ਹਰਗੋਬਿੰਦ ਜੀ ਦਹੀਂ ਨਹੀਂ ਸੀ ਛਕਦੇ, ਰੋਣ ਲੱਗ ਪਏ ਸਨ, ਤਾਈਓ ਹੀ ਨਾ। ਹਾਂਜੀ, ਅੰਸ ਜਗਦੀਸ਼ ਕੀ ਸਰੀਰ ਧਰਿਓ ਆਏ ਕਰ। ਕਹਿਣ ਲੱਗੇ ਫਿਰ ਉਹ ਵੀ ਤੇ ਜਗਦੀਸ਼ ਦੀ ਅੰਸ਼ ਨੇ, ਹਰਗੋਬਿੰਦ ਜੀ ਗੁਰੂ ਰਾਮਦਾਸ ਜੀ ਦੇ ਪੋਤਰੇ ਨੇ, ਉਹਨਾਂ ਨੂੰ ਵੀ ਤੇ ਫਿਰ ਪਤਾ ਲੱਗ ਹੀ ਗਿਆ ਹੋਏਗਾ। ਹਾਂਜੀ, ਨੰਦਨ ਤੁਮਾਰੋ ਕਰਾ ਮਾਤ ਕੋ ਉਦਾਰ ਤੇ ਸਿੱਖ ਕਹਿਣ ਲੱਗੇ ਮਹਾਰਾਜ ਪਤਾ ਲੱਗ ਗਿਆ ਤੁਹਾਡੇ ਪੁੱਤਰ ਵਿੱਚ ਵੀ ਬੜੀ ਕਰਾਮਾਤ ਹੈ, ਨਹੀਂ ਤੇ ਮਹਾਰਾਜ ਕਿਸੇ ਨੂੰ ਕੀ ਪਤਾ। ਹਾਂਜੀ, ਆਪ ਅਵਤਾਰ ਤੁਮ ਸਮਝ ਆਇਓ ਅਜਮਤ। ਮਹਾਰਾਜ ਆਤਮਜ, ਮਹਾਰਾਜ ਗਰੀਬ ਨਵਾਜ ਤੁਹਾਡਾ ਪੁੱਤਰ ਤੁਹਾਡੇ ਵਾਂਗੂ ਹੀ ਅਵਤਾਰ ਹੈ, ਸੱਚੇ ਪਾਤਸ਼ਾਹ। ਹਾਂਜੀ, ਅਪਰ ਜੇ ਹੋਤ ਮਾਰ ਦੇਤ ਨਾ ਬਚਤ ਹੈ। ਮਹਾਰਾਜ ਜੇ ਕੋਈ ਹੋਰ ਹੁੰਦਾ ਨਾ ਖਿਡਾਵੇ ਨੇ ਅੱਜ ਮਾਰ ਦੇਣਾ ਸੀ ਉਹਨੂੰ, ਮਹਾਰਾਜ ਉਹਨੇ ਨਹੀਂ ਸੀ ਬਚਾ। ਬੱਚੇ ਨੂੰ ਕੀ ਹੈ, ਜੋ ਮਰਜ਼ੀ ਛਕਾ ਦੋ, ਬੱਚੇ ਨੂੰ ਕੀ ਪਤਾ ਲੱਗਦਾ ਹੈ ਜੀ। ਹਾਂਜੀ, ਲੈ ਗਇਓ ਇਕਾਕੀ ਬਿਖ ਪਾਏ ਕੈ ਦਦੀ ਮੈਂ ਮੂਡ। ਮਹਾਰਾਜ ਗਰੀਬ ਨਵਾਜ ਕੱਲਿਆਂ ਨੂੰ ਲੈ ਗਿਆ ਹਰਗੋਬਿੰਦ ਜੀ ਨੂੰ ਇੱਕ ਪਾਸੇ ਦਹੀਂ ਵਿੱਚ। ਮਹਾਰਾਜ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਇਹਨੇ ਜ਼ਹਿਰ ਪਾਤਾ ਹੋਏਗਾ। ਹਾਂਜੀ, ਓਜ ਤੇ ਭਲਾਏ ਰਹਿਓ ਕਿਉਂ ਹੂੰ ਨਾ ਅਚਤ ਹੈ। ਮਹਾਰਾਜ ਜਿਸ ਤਰੀਕੇ ਨਾਲ ਇਹ ਜ਼ੋਰ ਕਰ ਰਿਹਾ ਸੀਗਾ, ਕੋਈ ਵੀ ਬਾਲਕ ਹੁੰਦਾ ਉਹਨੇ ਛਕ ਲੈਣਾ ਸੀਗਾ।
ਹਾਂਜੀ। ਸ਼੍ਰੀ ਹਰਿ ਗੋਬਿੰਦ ਕੀਨ ਜਤਨ ਬਿਲੰਦ ਆਪ। ਪਰ ਮਹਾਰਾਜ ਹਰਗੋਬਿੰਦ ਜੀ ਨੇ ਬੜਾ ਹੀ ਯਤਨ ਕੀਤਾ। ਵੱਡੀ ਗੱਲ, ਮਹਾਰਾਜ ਜਦੋਂ ਆਪ ਛਕਾਉਣ ਲੱਗੇ ਤੁਹਾਨੂੰ ਨਹੀਂ ਉਹਨਾਂ ਨਾ ਕੀਤੀ। ਤੁਸੀਂ ਸੁਣੀ ਨਾ ਕਥਾ, ਗੁਰੂ ਅਰਜਨ ਸਾਹਿਬ ਵੀ ਦਹੀਂ ਮੁੱਖ ਨਾਲ ਲਾਉਣ ਲੱਗੇ ਤੇ ਉਰਾਂ ਸਿਰ ਵੀ ਨਹੀਂ ਮਾਰਿਆ, ਹੱਥ ਵੀ ਨਹੀਂ ਪਰਾਂ ਕੀਤਾ, ਸਿਰ ਹੀ ਨੀਵਾਂ ਕਰ ਲਿਆ ਸੀ ਬਸ। ਹਾਂਜੀ। ਮਾਰਿਓ ਮਹਾ ਪਾਪੀ ਪਾਪ ਪਾਵਕ ਤਚਤ ਹੈ। ਮਹਾਰਾਜ ਗਰੀਬ ਨਵਾਜਾ ਤੇ ਕਿਰਪਾ ਕੀਤੀ, ਬਚਨ ਨਾਲ ਤੁਸੀਂ ਮਹਾ ਪਾਪੀ ਮਾਰਿਆ ਅੱਜ। ਹਾਂਜੀ। ਆਜ ਭੀ ਜਨਮ ਨਯੋ ਬਡੋ ਬੜੇ ਭਾਗ ਜੁਤ। ਆਜ ਵੀ ਜਨਮ ਨਇਓ ਭਇਓ ਬੜੇ ਭਾਗ ਜੁਤ। ਅੱਜ ਤੇ ਮਹਾਰਾਜ ਵੱਡੇ ਭਾਗਾਂ ਨਾਲ ਹਰਗੋਬਿੰਦ ਜੀ ਦਾ ਨਵਾਂ ਹੀ ਜਨਮ ਹੋਇਆ। ਇਹਨੇ ਤੇ ਮਾਰ ਦੇਣਾ ਸੀ ਮਹਾਰਾਜ। ਹਾਂਜੀ। ਉਗਰਿਓ ਕਪਟ ਕੈਸੇ ਮੂਡ ਤੇ ਪਚਤ ਹੈ। ਮਹਾਰਾਜ ਇਸ ਮੂਡ ਦਾ, ਮੂਰਖ ਦਾ ਜਿਹੜਾ ਕਪਟ ਹੈ ਉਹ ਸਾਹਮਣੇ ਆ ਗਿਆ ਸੱਚੇ ਪਾਤਸ਼ਾਹ। ਤੇ ਅੱਗੋਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਉਚਾਰਿਆ ਜੀ, ਪਰਿਓ ਹੈ ਕਰੂਪ ਹੇਰ। ਪਰਿਓ ਹੈ ਕਰੂਪ ਹੇਰ ਸ਼੍ਰੀ ਗੁਰਜੀਤ ਸੀ ਬੇਰ। ਹਜੂਰ ਮਹਾਰਾਜ ਨੇ ਵੇਖਿਆ ਜਦੋਂ ਮਰਿਆ ਪਿਆ ਸੀ ਨਾ, ਬ੍ਰਾਹਮਣ ਸਾਹਮਣੇ ਲੰਮੇ ਪਿਆ ਸੀ, ਮਰਿਆ ਪਿਆ ਸੀਗਾ। ਸ਼ਬਦ ਬਣਾਇਓ ਫੇਰ ਕੀਨਸ ਉਚਾਰਨੋ। ਹਜੂਰ ਮਹਾਰਾਜ ਗਰੀਬ ਨਵਾਜ ਨੇ ਸ਼ਬਦ ਉਚਾਰਿਆ ਜੀ ਫਿਰ ਜੀ। ਹਾਂਜੀ। ਉਹ ਸ਼ਬਦ ਉਚਾਰਿਆ, ਸ਼ਬਦ ਸੁਣਿਓ ਧਿਆਨ ਨਾਲ। ਹਾਂਜੀ। ਭੈਰੋ ਮਹੱਲਾ ਪੰਜਵਾ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਪਲੰਗੇ ਤੇ ਬੈਠ ਗਏ। ਮਹਾਰਾਜ ਕਹਿੰਦੇ ਫਿਰ ਸ਼ਬਦ ਸੁਣੋ ਸਾਰੇ ਭਾਈ। ਹਾਂਜੀ। ਲੇਪ ਨਾ ਲਾਗੋ ਤਿਲਕਾ ਮੂਲ। ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਹਜੂਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਪਰਮੇਸ਼ਰ ਨੇ ਰੱਖਿਆ ਕੀਤੀ, ਲੇਪ ਨਾ ਲਾਗੋ ਤਿਲਕਾ ਮੂਲ। ਤਿਲ ਜਿੰਨਾ ਥੋੜਾ ਜਿੰਨਾ ਵੀ ਜ਼ਹਿਰ ਬਾਲਕ ਦੇ ਮੁਖ ਦੇ ਅੰਦਰ ਨਹੀਂ ਗਿਆ। ਕਹਿਣ ਲੱਗੇ ਬੜਾ ਹੀ ਯਤਨ ਕੀਤਾ ਸੀ ਇਹਨੇ ਪਿਆਉਣ ਦਾ, ਬਹੁਤ ਹੀ ਯਤਨ ਕੀਤਾ ਸੀਗਾ। ਜ਼ਬਰਦਸਤੀ ਵੀ ਮੁਖ ਚ ਪਾਉਣ ਦਾ ਯਤਨ ਕੀਤਾ ਸੀ। ਤੇ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਦੁਸ਼ਟ ਬ੍ਰਾਹਮਣ ਮਰ ਗਿਆ ਸੂਲ ਨਾਲ ਆਪ ਹੀ। ਕਹਿਣ ਲੱਗੇ ਹਾਂਜੀ। ਹਰ ਜਨ ਰਾਖੇ ਪਾਰ ਬ੍ਰਹਮ ਆਪ। ਭਾਈ ਰੱਬ ਦੇ ਪਿਆਰਿਆਂ ਨੂੰ ਰੱਬ ਆਪ ਹੀ ਰੱਖਦਾ ਹੈ। ਕਹਿਣ ਲੱਗੇ ਹਾਂਜੀ। ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਦੇ ਨਾਲ ਦੁਸ਼ਟ ਪਾਪੀ ਬ੍ਰਾਹਮਣ ਮਹਾਰਾਜ ਕਹਿੰਦੇ ਮਰ ਗਿਆ। ਹਾਂਜੀ। ਆਪਣਾ ਖਸਮ ਜਨ ਆਪ ਧਿਆਇਆ। ਕਿਉਂ? ਪਰਮੇਸ਼ਰ ਦੇ ਪਿਆਰੇ ਸਦਾ ਆਪਣੇ ਖਸਮ ਨੂੰ ਧਿਆਉਂਦੇ ਆ। ਆਪਣੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਨੂੰ ਧਿਆਉਂਦੇ ਅੱਠੇ ਪੈਰ। ਹਾਂਜੀ। ਇਹ ਆਣਾ ਪਾਪੀ ਉਹ ਆਪ ਪਚਾਇਆ। ਤੇ ਫਿਰ ਵਾਹਿਗੁਰੂ ਜੀ ਰਾਖੀ ਕਰਦੇ ਆ ਇਹੋ ਜਿਹੇ ਇਆਣੇ ਪਾਪੀਆਂ ਨੂੰ, ਉਹ ਆਪ ਹੀ ਮਾਰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਪਰਮੇਸ਼ਰ ਨੇ ਬੜੇ ਬੜੇ ਵੱਡੇ ਕਸ਼ਟ ਤੋਂ ਉਹਨਾਂ ਦੀ ਰੱਖਿਆ ਕੀਤੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ। ਕਹਿਣ ਲੱਗੇ ਪ੍ਰਭੂ ਹੀ ਮਾਂ ਪਿਓ ਹੈ, ਆਪਣੇ ਦਾਸਾਂ ਦਾ ਮਾਂ ਪਿਓ ਰੱਬ ਆਪ ਹੈ। ਤੇ ਜਿਵੇਂ ਮਾਂ ਪਿਓ ਬੱਚੇ ਦੀ ਰਾਖੀ ਕਰਦਾ ਹੈ ਨਾ, ਐਵੇਂ ਹੀ ਰੱਬ ਆਪਣੇ ਪਿਆਰਿਆਂ ਦੀ ਰਾਖੀ ਕਰਦਾ। ਕਹਿਣ ਲੱਗੇ ਹਾਂਜੀ। ਨਿੰਦਕ ਕਾ ਮਾਥਾ ਇਹਾ ਉਹਾ ਕਾਲਾ। ਬਾਕੀ ਜਿਹੜਾ ਨਿੰਦਕ ਹੈ, ਨਿੰਦਾ ਕਰਨ ਵਾਲਾ, ਉਹਦਾ ਮੱਥਾ ਇੱਥੇ ਵੀ ਕਾਲਾ, ਅੱਗੇ ਵੀ ਕਾਲਾ ਹੀ ਹੈ। ਹਾਂਜੀ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ। ਆਪਣੇ ਸੇਵਕਾਂ ਦੀ ਅਰਦਾਸ ਕਹਿਣ ਲੱਗੇ ਉਹਨੇ ਆਪ ਸੁਣੀ ਹੈ। ਹਾਂਜੀ। ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਉਹ ਮਲੇਸ਼ ਮਲੀਨ ਇੱਛਾ ਵਾਲਾ ਜਿਹੜਾ ਖਿਡਾਵਾ ਸੀ ਉਹ ਮਰ ਗਿਆ। ਕਹਿਣ ਲੱਗੇ ਜਿਹਨੇ ਉਹਨੂੰ ਭੇਜਿਆ ਸੀ ਉਹ ਨਿਰਾਸ਼ ਹੋ ਗਿਆ। ਕਹਿਣ ਲੱਗੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸ਼ਬਦ ਮਹਾਰਾਜ ਨੇ ਉਰੋਂ ਫਿਰ ਉਚਾਰਿਆ, ਲੇਪ ਨਾ ਲਾਗੋ ਤਿਲਕਾ ਮੂਲ। ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਇਹ ਸ਼ਬਦ ਉਚਾਰਿਆ ਮਹਾਰਾਜ ਨੇ ਉੱਥੇ। ਹਾਂਜੀ। ਕਬਿਤ
ਪਾਪੀ ਦਿਜ ਮਰਿਓ ਸੂਲ ਕਰਿਓ ਈਸ਼ ਮਹਾਰਾਜ ਪਰਿਓ ਫਲ ਭਰਿਓ ਦੁਖ ਜੀਵ ਬੇਕੀ ਹਾਨ ਕੀਨ। ਹਜੂਰ ਮਹਾਰਾਜ ਨੇ ਉਸ ਸ਼ਬਦ ਦੇ ਅਰਥ ਕੀਤੇ ਜੀ। ਫਿਰ ਜੀ ਕਹਿਣ ਲੱਗੇ ਪਾਪੀ ਦੁਸ਼ਟ ਖਿਡਾਵਾ ਪਾਪ ਕਰਨ ਆਇਆ ਸੀਗਾ, ਪਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਰੱਬ ਨੇ ਉਹਨੂੰ ਮਾਰ ਦਿੱਤਾ। ਕਹਿਣ ਲੱਗੇ ਵੇਖ ਲਓ, ਅਬਲ ਤੇ ਮਹਾਰਾਜ ਬਚਨ ਨਹੀਂ ਕਰਦੇ, ਤੇ ਜੇ ਕਰਦੇ ਤਾਂ ਉਸੇ ਵੇਲੇ ਛੁੱਟੀ ਹੋ ਜਾਂਦੀ। ਤੇ ਉਹਦੀ ਉਸੇ ਵੇਲੇ ਹੀ ਛੁੱਟੀ ਹੋਈ। ਆਖੋ ਵਾਹਿਗੁਰੂ ਵਾਹਿਗੁਰੂ। ਟਾਈਮ ਨਹੀਂ ਲੱਗਾ ਜੀ ਉਹਨੂੰ ਜੀ। ਫਿਰ ਜੀ ਉਸੇ ਵੇਲੇ ਉਹਨੂੰ ਹੀ ਸੂਲ ਉੱਠ ਗਿਆ ਜੀ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਸਾਡੇ ਨਿੰਦਕ ਸਾਡੇ ਸ਼ਰੀਕ ਉਹਨਾਂ ਦੇ ਸਾਰੀ ਕੁੱਲ 'ਚ ਹੀ ਮੂੰਹ ਕਾਲਾ ਹੋ ਗਿਆ, ਦਰਗਾਹ ਵਿੱਚ ਵੀ ਸਾਫ਼ ਨਹੀਂ ਹੋਣਾ। ਕਹਿਣ ਲੱਗੇ ਬਚਨ ਮਹਾਰਾਜ ਨੇ ਫਿਰ ਬੜਾ ਸਖਤ ਕੀਤਾ ਉਹਨਾਂ ਵਾਸਤੇ ਜੀ। ਹਾਂਜੀ। ਕੂਕਰ ਬਲੋਕ ਕਰ ਕਿਰਪਾ ਕੋ ਕਰਤ ਗੁਰ। ਹੁਣ ਧਿਆਨ ਨਾਲ ਸੁਣਿਓ, ਉਹਦੇ ਵਾਸਤੇ ਤੇ ਸ਼ਬਦ ਉਚਾਰਿਆ ਨਾ, ਕਿਵੇਂ ਪਰਮੇਸ਼ਰ ਨੇ ਉਹਨੂੰ ਮਾਰਿਆ। ਤੇ ਜਦੋਂ ਪਿਸਤੇ ਨੂੰ ਲਾਗੇ ਮਰਿਆ ਵੇਖਿਆ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਿਰਪਾ ਦੇ ਘਰ 'ਚ ਆਏ, ਸੰਗਤ ਨੂੰ ਉਹਦੇ ਗੁਣ ਦੱਸਣ ਲੱਗੇ ਜੀ। ਹਾਂਜੀ। ਗੁਣ ਕੋ ਉਚਰ ਕਰ ਦਾਸਨ ਸੁਨਾਇਓ ਹੈ। ਸਾਰੇ ਸੇਵਕਾਂ ਨੂੰ ਮਹਾਰਾਜ ਕੁੱਤੇ ਦੇ ਗੁਣ ਦੱਸਣ ਲੱਗੇ, ਪਿਸਤੇ ਤੇ ਜੀ। ਅਸਲ 'ਚ ਇਹਨੂੰ ਕੁੱਤਾ ਕਹਿਣ ਨੂੰ ਵੀ ਜੀ ਨਹੀਂ ਕਰਦਾ ਜੀ। ਕੋਈ ਨੇਕ ਰੂਹ ਹੋਏਗੀ ਜੀ, ਕਿਸੇ ਕਰਮ ਵਸ ਸਰੀਰੇ ਮਿਲ ਗਿਆ। ਹਾਂਜੀ। ਰਹਿਓ ਹਮ ਸੰਗ ਜਬ ਬੈਠਤ ਪਰਯੰਕ ਪਰ। ਮਹਾਰਾਜ ਕਹਿਣ ਲੱਗੇ ਪਿਆਰਿਓ, ਜਦੋਂ ਅਸੀਂ ਪਲੰਗੇ ਤੇ ਬੈਠਦੇ ਸਾਂ ਨਾ, ਇਹਨੇ ਹੇਠਾਂ ਬੈਠਣਾ ਸਾਡੇ ਪਲੰਗੇ ਦੇ। ਕਹਿਣ ਲੱਗੇ ਸਾਡੇ ਨਾਲ ਹੀ ਰਹਿੰਦਾ ਹੈ। ਕਹਿਣ ਲੱਗੇ ਨਾਲ ਹੀ ਰਹਿੰਦਾ ਸੀ। ਹਾਂਜੀ। ਤਰੇ ਰਹਿ ਪਰ ਨਹਿ ਅਪਰ ਸਧਾਇਓ ਹੈ। ਮਹਾਰਾਜ ਕਹਿਣ ਲੱਗੇ ਵੇਖੋ ਇਹਦੀ ਕੀ ਕਿਸਮਤ, ਸਾਨੂੰ ਛੱਡ ਕੇ ਜਾਂਦਾ ਹੀ ਨਹੀਂ ਸੀ ਕਿਤੇ। ਕਹਿਣ ਲੱਗੇ ਸਾਡੇ ਨਾਲ ਹੀ ਰਹਿਣਾ ਇਹਨੇ, ਸਾਡੇ ਲਾਗੇ ਲਾਗੇ ਹੀ ਰਹਿਣਾ। ਹਾਂਜੀ। ਪਨਹੀ ਕੋ ਪਾਵਤ ਨਿਹਾਰਤ ਉਠਤ ਚਲੈ। ਮਹਾਰਾਜ ਕਹਿਣ ਲੱਗੇ ਜਦੋਂ ਅਸੀਂ ਜੋੜਾ ਪਾਉਣਾ ਨਾ, ਇਹਨੇ ਵੇਖ ਲੈਣਾ ਵੀ ਅਸੀਂ ਜੋੜਾ ਪਾ ਲਿਆ, ਇਹਨੇ ਉਸੇ ਵੇਲੇ ਉੱਠ ਪੈਣਾ। ਕਹਿਣ ਲੱਗੇ ਉਸੇ ਵੇਲੇ ਉੱਠ ਪੈਣਾ। ਖਰੇ ਹੀਰ ਖਰੋ ਰਹਿ ਲਾਗੁਲ ਹਿਲਾਇਓ ਹੈ। ਮਹਾਰਾਜ ਕਹਿਣ ਲੱਗੇ ਜਦੋਂ ਅਸੀਂ ਖਲੋ ਜਾਣਾ, ਇਹਨੇ ਵੀ ਖਲੋ ਜਾਣਾ ਤੇ ਸਾਡੇ ਮੁਖ ਵੱਲ ਵੇਖੀ ਜਾਣਾ। ਕਹਿਣ ਲੱਗੇ ਪੂਛ ਲਾਉਂਦੇ ਰਹਿਣਾ। ਕਹਿਣ ਲੱਗੇ ਹਾਂਜੀ। ਐਸੋ ਮਤਵਾਨ ਸਵਾਨ ਦੁਰਲਭ ਨ ਆਵੇ ਪਾਨ। ਵੇਖੋ ਮਹਾਰਾਜ ਕਹਿਣ ਲੱਗੇ ਐਸੋ ਮਤਵਾਨ ਸਵਾਨ, ਇਹੋ ਜਿਹਾ ਸਿਆਣਾ ਕੂਕਰ ਛੇਤੀ ਹੱਥ ਥੋੜੀ ਆਉਂਦਾ। ਕਹਿਣ ਲੱਗੇ ਕਈਆਂ ਨੂੰ ਸਿਖਾਉਣਾ ਪੈਂਦਾ, ਕਈਆਂ ਨੂੰ ਸਿਖਾਉਣਾ ਨਹੀਂ ਪੈਂਦਾ ਜੀ। ਐਸੋ ਮਤਵਾਨ ਸਵਾਨ ਦੁਰਲਭ ਨਾ ਆਵੇ ਪਾਨ। ਦੁਰਲਭ ਹੈ, ਹੱਥ ਨਹੀਂ ਆਉਂਦੇ। ਹਾਂਜੀ। ਆਗਿਆ ਦੀਨ ਖਫਨ ਸੋ ਛੇਤ ਮੈਂ ਦਬਾਇਓ ਹੈ। ਮਹਾਰਾਜ ਗਰੀਬ ਨਵਾਜ ਨੇ ਕੋਲੋਂ ਬਸਤਰ ਦਿੱਤਾ ਜੀ ਇੱਕ ਜੀ। ਸੇਵਕਾਂ ਨੂੰ ਕਹਿਣ ਲੱਗੇ ਇਹ ਬਸਤਰ ਸਾਡੇ ਵੱਲੋਂ ਪਿਸਤੇ ਦੇ ਸਰੀਰ ਤੇ ਪਾ ਦਿਓ, ਇਹਨੂੰ ਦਬਨ ਕਰ ਦਿਓ, ਦਫਨਾ ਦਿਓ। ਕਹਿਣ ਲੱਗੇ ਆਖੋ ਵਾਹਿਗੁਰੂ। ਪਿਆਰਿਓ ਗੁਰੂ ਘਰੋਂ ਕਫਨ ਇਹ ਤੇ ਕਈ ਵਾਰੀ ਬੰਦਿਆਂ ਨੂੰ ਨਹੀਂ ਮਿਲਦਾ, ਪਿਸਤੇ ਨੂੰ ਮਿਲ ਗਿਆ ਜੀ। ਮਹਾਰਾਜ ਕਹਿੰਦੇ ਇਹਨੂੰ ਪਾ ਦਿਓ। ਬੜੇ ਇਮਾਨਦਾਰ ਹੁੰਦੇ ਆ ਜੀ ਇਹ। ਚਲੋ ਅੱਜ ਦੀ ਕਥਾ ਇੱਥੋਂ ਤੱਕ ਹੀ, ਅੱਗੋਂ ਆਪਾਂ ਕੱਲ ਸੁਣਾਂਗੇ। ਇੱਕ ਪ੍ਰੇਮੀ ਜੀ, ਉਹਦੇ ਘਰ ਦੇ ਬਾਹਰ 2-3 ਕੁੱਕਰ ਛੋਟੇ ਛੋਟੇ ਹੁੰਦੇ ਸੀਗੇ ਜੀ। ਉਹਨੇ ਨਾ ਜੀ ਉਹਨਾਂ ਨੂੰ ਦੁੱਧ ਪਿਆ ਛੱਡਣਾ, ਕੋਈ ਨਾ ਕੋਈ ਵਸਤੂ ਪਾ ਛੱਡਣੀ। ਇਹਨੂੰ ਧਿਆਨ ਨਾਲ ਸੁਣਿਓ, ਕੋਈ ਨਾ ਕੋਈ ਵਸਤੂ ਪਾ ਛੱਡਣੀ ਜੀ। ਹਾਂਜੀ। ਤੇ ਉਸ ਪ੍ਰੇਮੀ ਨੂੰ ਸੁਪਨਾ ਆਇਆ ਜੀ। ਸੁਪਨੇ 'ਚ ਉਹਦਾ ਪੁੱਤ ਚਾਲਾ ਮਾਰ ਗਿਆ ਜੀ। ਹਾਂਜੀ। ਸੁਪਨੇ 'ਚ ਉਹਦਾ ਪੁੱਤ ਚਾਲਾ ਮਾਰ ਗਿਆ। ਤੇ ਜਦੋਂ ਦਿਨੇ ਉੱਠਿਆ ਨਾ ਜੀ, ਉਹਨੇ ਉਹ ਕੁੱਤੇ ਨੂੰ ਵੀ ਬੜੇ ਪ੍ਰੇਮ ਨਾਲ ਪਾਲਿਆ ਸੀ ਨਾ ਜੀ। ਤੇ ਜਦੋਂ ਉਹ ਉੱਠਿਆ ਤੇ ਸਵੇਰੇ ਕੁੱਤਾ ਚਾਲਾ ਮਾਰ ਗਿਆ ਜੀ। ਜਦੋਂ ਉਹਨੇ ਮੈਨੂੰ ਇਹ ਗੱਲ ਦੱਸੀ
ਮੇਰੇ ਮਨ 'ਚ ਤੇ ਇਹੋ ਹੀ ਆਇਆ ਵੀ ਇਹ ਗੁਰੂ ਘਰ ਦੀ ਸੰਗਤ ਕਰਨ ਵਾਲਾ, ਮਹਾਰਾਜ ਦੇ ਘਰ ਹਾਜ਼ਰੀ ਭਰਨ ਵਾਲਾ, ਕੋਈ ਪਰਮੇਸ਼ਰ ਨੇ ਖੇਡ ਰਚੀ। ਬੱਚੇ ਦਾ ਜਿਹੜਾ ਕਸ਼ਟ ਸੀ ਉਹ ਕੁੱਤੇ ਉੱਤੇ ਆ ਗਿਆ ਜੀ, ਸਾਰਾ ਜੀ ਉਹ ਛੁੱਟ ਗਿਆ ਜੀ, ਕੁੱਤਾ ਛੁੱਟ ਗਿਆ। ਇਹ ਆਪੋ ਆਪਣਾ ਭਾਵ ਹੈ ਨਾ, ਆਪਣੇ ਭਾਵ ਨਾਲ ਬੰਦਾ ਗੱਲ ਕਰ ਲੈਂਦਾ। ਉਂਝ ਹੈ ਬੜੀ ਸਿਆਣੀ ਪ੍ਰਜਾਤੀ ਹੈ ਇਹ, ਪਰ ਪਿਸਤਾ ਕਿੱਡਾ ਭਾਗਾਂ ਵਾਲਾ ਜੀ। ਪਿਸਤੇ ਉੱਤੇ ਸਤਿਗੁਰਾਂ ਨੇ ਆਪ ਕਫਨ ਦਿੱਤਾ ਵੀ ਇਸ ਤੇ ਪਾਓ, ਬਸਤਰ ਦਿੱਤਾ ਇਸ ਤੇ ਪਾਓ, ਇਹਨੂੰ ਦਬਾ ਦਿਓ। ਤੇ ਉਹ ਅਜੇ ਉਵੇਂ ਹੀ ਪਿਆ ਬ੍ਰਾਹਮਣ ਹਾਂਜੀ, ਉਹ ਅਜੇ ਉਵੇਂ ਹੀ ਪਿਆ ਮਰਿਆ ਜੀ। ਉਹਦਾ ਕੀ ਬਣਦਾ ਕੱਲ ਦੀ ਕਥਾ 'ਚ ਸਰਵਣ ਕਰਾਂਗੇ। ਗਰੀਬ ਨਵਾਜ ਕਿਰਪਾ ਕਰਨ। ਸਾਧ ਸੰਗਤ ਜੀ, ਮਹਾਰਾਜ ਪ੍ਰਤਾਖੀ ਨੇ, ਪਰਮੇਸ਼ਰ ਤਤਕਾਲ ਹੀ ਫੈਸਲਾ ਕਰ ਦਿੰਦੇ ਆ, ਤਤਕਾਲ ਹੀ। ਫਿਰ ਵੀ ਮੌਕਾ ਦਿੰਦੇ ਰਹਿੰਦੇ ਸੱਚੇ ਪਾਤਸ਼ਾਹ, ਮੌਕਾ ਦਿੰਦੇ ਰਹਿੰਦੇ ਵੀ ਬਣ ਜੇ ਬੰਦਾ, ਬਣ ਜੇ ਬੰਦਾ, ਬਣ ਜੇ ਬੰਦਾ। ਬੰਦਾ ਨਹੀਂ ਬੰਦਾ ਬਣਦਾ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸ ਤਰੀਕੇ ਨਾਲ ਉਹ ਪਿਸਤੇ ਦਾ ਵੀ ਭਲਾ ਹੋ ਗਿਆ ਤੇ ਦੁਸ਼ਟ ਬ੍ਰਾਹਮਣ ਖਿਡਾਵਾ, ਉਹਦਾ ਕੀ ਬਣਦਾ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਜ਼ਰੂਰ ਆਇਓ, ਧਿਆਨ ਨਾਲ ਸੁਣਿਓ ਉਹਦਾ ਕੀ ਬਣਿਆ ਜੀ। ਮਹਾਰਾਜ ਕਿਰਪਾ ਕਰਨ। ਆਓ ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਗੱਜ ਕੇ ਸਤਿਗੁਰ ਦੇਵ, ਸਤਿਗੁਰ ਦੇਵ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਤੁਸੀਂ ਸੁਣਿਆ ਹੀ ਹੈ, ਆਪ ਪ੍ਰਤੱਖ ਰੱਬ ਪਰਮੇਸ਼ਰ ਨੇ ਸ੍ਰੀ ਗੁਰੂ ਅਰਜਨ ਸਾਹਿਬ ਬਸ ਬਚਨ ਹੀ ਕੀਤਾ ਜੀ। ਫਿਰ ਉਹ ਬ੍ਰਾਹਮਣ ਉਸੇ ਵੇਲੇ ਤਤਕਾਲ ਹੀ ਫਿਰ ਸੂਲ ਉੱਠ ਗਿਆ ਜੀ ਉਹਨੂੰ। ਮਹਾਰਾਜ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।